ਵਾਹਿਗੁਰੂ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਧੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਬਿਨਤੀ ਭਨੀ ਜੋਰ ਜੁਗ ਕਰ ਕੋ, ਲੀਜੈ ਸਤਿਗੁਰ ਮੇਰੇ ਸਿਰ ਕੋ। ਸੁਨ ਕਲਗੀ ਧਰ ਤਜਿਓ ਪ੍ਰਿਯੰਕਾ, ਦੇਨੋ ਸਿਰ ਤੋਂ ਆਏ ਨਿਸ਼ੰਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਆ। ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡਾ ਇਕੱਠ ਸੰਗਤ ਦੇ ਦੁਆਰਾ ਕੀਤਾ ਗਿਆ। ਇਕੱਠ ਬੁਲਵਾ ਕੇ ਜਿਸ ਜਗ੍ਹਾ ਦੇ ਉੱਪਰ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਇੱਥੇ ਮਹਾਰਾਜ ਬਿਰਾਜੇ ਨੇ। ਸੰਗਤਾਂ ਪੰਡਾਲ ਦੇ ਵਿੱਚ ਸਜੀਆਂ ਹੋਈਆਂ, ਹੱਥ ਵਿੱਚ ਨੰਗੀ ਤਲਵਾਰ ਫੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਕੀਤੇ। ਕਹਿਣ ਲੱਗੇ, ਗੁਰੂ ਕੀ ਸੰਗਤ, ਅੱਜ ਸਾਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਕੋਈ ਹੈ ਇੰਨੇ ਭਾਰੀ ਵੱਡੇ ਇਕੱਠ ਵਿੱਚੋਂ ਜਿਹੜਾ ਸੀਸ ਦੇ ਕੇ ਸਾਡਾ ਕਾਰਜ ਪੂਰਾ ਕਰੇ। ਪਹਿਲੀ ਵਾਰੀ ਬਚਨ ਕੀਤਾ, ਕੋਈ ਨਹੀਂ ਉੱਠਿਆ। ਦੂਜੀ ਵਾਰੀ ਬਚਨ ਕੀਤਾ ਤੇ ਫਿਰ ਵੀ ਕੋਈ ਨਹੀਂ ਉੱਠਿਆ ਹੈ। ਤੀਜੀ ਵਾਰੀ ਬਚਨ ਕੀਤਾ ਤੇ ਨਾਲ ਹੀ ਆਖਿਆ, ਕੋਈ ਹੈ ਨਹੀਂ ਇੰਨੀ ਸੰਗਤ ਵਿੱਚ ਸਾਨੂੰ ਪਿਆਰ ਕਰਨ ਵਾਲਾ ਜਿਹੜਾ ਅੱਜ ਸਿੱਖੀ ਦੇ ਬੀਜ ਨੂੰ ਰੱਖ ਲਵੇ। ਸੋ ਇਹ ਬਚਨ ਸੁਣ ਕੇ ਸੰਗਤ ਵਿੱਚ ਭਾਈ ਦਇਆ ਰਾਮ ਜੀ ਬੈਠੇ ਹੋਏ ਲਾਹੌਰ ਤੋਂ ਆਏ। ਉਹ ਉੱਠ ਕੇ ਕਿਵੇਂ ਖੜ੍ਹੇ ਹੋ ਰਹੇ ਨੇ, ਕੀ ਬੇਨਤੀਆਂ ਕਰਦੇ ਹੋ, ਆਪਾਂ ਅੱਜ ਸਰਵਣ ਕਰਾਂਗੇ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤੀ ਬਿਲੰਬ ਕੀਨ ਧਿਕ ਤੋਹੀ। ਜਦੋਂ ਸਤਿਗੁਰੂ ਪਾਤਸ਼ਾਹ ਨੇ ਤੀਜੀ ਵਾਰੀ ਬਚਨ ਕੀਤਾ ਨਾ ਵੀ ਕੋਈ ਹੈ ਸਾਨੂੰ ਪਿਆਰ ਕਰਨ ਵਾਲਾ ਜਿਹੜਾ ਆਪਣਾ ਸੀਸ ਭੇਟ ਕਰੇ, ਤੇ ਭਾਈ ਦਇਆ ਰਾਮ ਜੀ ਬੈਠੇ ਸਨ ਤੇ ਆਪਣੇ ਆਪ ਨੂੰ ਧਰਕਾਰ ਪਾਉਣ ਲੱਗ ਪਏ, ਆਪਣੇ ਆਪ ਨੂੰ ਲਾਹਨਤ ਪਾਉਣ ਲੱਗ ਪਏ। ਕਹਿਣ ਲੱਗੇ, ਉਹ ਮਨਾ, ਇਸ ਸਰੀਰ ਤੇ ਗੁਰੂ ਦਾ ਬਖਸ਼ਿਸ਼ ਕੀਤਾ ਹੈ। ਮੌਤ ਅੱਜ ਨਹੀਂ ਤੇ ਕੱਲ੍ਹ ਆ ਜਾਣੀ ਹੈ, ਪਰ ਜੇ ਅੱਜ ਗੁਰੂ ਦੇ ਸਨਮੁਖ ਹੋ ਕੇ ਸੀਸ ਦੇਵਾਂਗਾ ਤੇ ਮੇਰਾ ਮਰਨਾ ਜਿਹੜਾ ਸਫਲਾ ਹੋ ਜਾਵੇਗਾ। ਤੇ ਜੇ ਕੱਲ੍ਹ ਨੂੰ ਘਰੇ ਬੈਠਿਆਂ ਮੌਤ ਆ ਗਈ ਤੇ ਉਹ ਕਿਸੇ ਗਿਣਤੀ ਵਿੱਚ ਨਹੀਂ। ਇੱਥੇ ਮਰਾਂਗਾ ਤੇ ਗਿਣਤੀ ਵਿੱਚ ਹਾਂ, ਸਫਲਾ ਹਾਂ, ਘਰ ਵਿੱਚ ਪ੍ਰਾਪਤੀ ਹੋਵੇਗੀ, ਮੌਤ ਦੀ ਗਿਣਤੀ ਵਿੱਚ ਨਹੀਂ। ਆਪਾਂ ਪਿੱਛੇ ਬਚਨ ਇਤਿਹਾਸ ਦਾ ਸਰਵਣ ਕੀਤਾ ਨਾ, ਮਰਿਆ ਤੇ ਦੁਨੀ ਚੰਦ ਵੀ ਆ, ਪਰ ਬਚਨ ਕਮਾ ਕੇ ਨਹੀਂ, ਸਗੋਂ ਬਚਨ ਨੂੰ ਛੱਡ ਕੇ ਭੱਜ ਕੇ ਦੌੜਿਆ। ਪਰ ਇੱਥੇ ਭਾਈ ਦਇਆ ਰਾਮ ਕਹਿ ਰਿਹਾ, ਕਹਿਣ ਲੱਗੇ, ਮੈਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਸੀ। ਮੈਂ ਇੰਨੀ ਦੇਰ ਕੀਤੀ ਹੈ, ਮੈਨੂੰ ਤ੍ਰਿਗਾਕਾਰ ਹੈ,
ਮੇਰੇ ਜੀਵਨ ਨੂੰ ਜੋ ਮੈਂ ਗੁਰੂ ਦਾ ਪਹਿਲਾ ਬਚਨ ਨਹੀਂ ਮੰਨ ਸਕਿਆ ਹਾਂ। ਸੁਆਮੀ ਬਚਨ ਨ ਸਨਮੁਖ ਹੋਈ। ਕਿਉਂਕਿ ਸੁਆਮੀ ਦਾ ਬਚਨ ਹੈ ਨਾ, ਮਾਲਕ ਨੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਦਿੱਤੀ ਜ਼ਿੰਦਗੀ ਹੈ, ਤੇ ਸੁਆਮੀ ਬਚਨ ਕਰੇ ਤੇ ਸੇਵਕ ਸਨਮੁਖ ਨਾ ਹੋਵੇ ਤੇ ਫਿਰ ਉਹ ਸੇਵਕ ਨੂੰ ਤ੍ਰਿਗਾਕਾਰ ਹੈ, ਜਿਹੜਾ ਸੁਆਮੀ ਦੇ ਬਚਨ ਨੂੰ ਪਾਲ ਨਹੀਂ ਸਕਿਆ। ਇਸ ਕਰਕੇ ਮੇਰੇ ਕੋਲੋਂ ਵੱਡੀ ਭਾਰੀ ਭੁੱਲ ਹੋਈ ਹੈ। ਇਮ ਵਿਚਾਰ ਕਰ ਤੂਰਨ ਠਾਂਡਾ। ਇਸ ਤਰ੍ਹਾਂ ਵਿਚਾਰ ਕਰਕੇ ਭਾਈ ਦਇਆ ਰਾਮ ਬੜੀ ਛੇਤੀ ਆਪਣੀ ਜਗ੍ਹਾ ਤੋਂ ਗੁਰਮੁਖੋ ਖੜੇ ਹੋ ਗਏ। ਜਲਦੀ ਦੇ ਨਾਲ ਖੜੇ ਹੋ ਕੇ ਮਹਾਰਾਜ ਜੀਆਂ ਦੇ ਸਾਹਮਣੇ ਹਿਰਦੈ ਬਿਖੈ ਧੀਰਜ ਧਰ ਗਾਡਾ। ਗੁਰਮੁਖੋ ਬੜੇ ਵੱਡੇ ਧੀਰਜ ਦੀ ਲੋੜ ਹੈ। ਅੱਜ ਆਪਾਂ ਇਤਿਹਾਸ ਸਰਵਣ ਕਰਦੇ ਪਏ ਵੀ ਸਿੱਖਾਂ ਨੇ ਸੀਸ ਦਿੱਤੇ ਤੇ ਮਹਾਰਾਜ ਨੇ ਅਮਰ ਕਰ ਦਿੱਤੇ, ਪਰ ਅੱਜ ਤੇ ਸਾਨੂੰ ਪਤਾ ਹੈ ਨਾ ਵੀ ਮਹਾਰਾਜ ਨੇ ਅਮਰ ਕਰ ਦੇਣਾ ਹੈ, ਫਿਰ ਜੀਵਨ ਦੇ ਦੇਣਾ, ਪਰ ਉਦੋਂ ਨਹੀਂ ਨਾ ਪਤਾ, ਦਇਆ ਰਾਮ ਨੂੰ ਨਹੀਂ ਪਤਾ ਵੀ ਮਹਾਰਾਜ ਦੁਬਾਰਾ ਫਿਰ ਜ਼ਿੰਦਗੀ ਦੇਣਗੇ ਕਿ ਨਹੀਂ, ਜਾਂ ਇਹ ਸੀਸ ਮੰਗ ਰਹੇ ਨੇ ਕਿਸ ਵਾਸਤੇ ਮੰਗ ਰਹੇ ਨੇ, ਆਉਣ ਵਾਲੇ ਸਮੇਂ ਦਾ ਪਤਾ ਨਹੀਂ। ਆਉਣ ਵਾਲੇ ਸਮੇਂ ਨੇ ਆਪਣੇ ਗਰਭ ਵਿੱਚ ਕੀ ਰੱਖਿਆ ਕੋਈ ਨਹੀਂ ਜਾਣਦਾ। ਹੋ ਸਕਦਾ ਕੱਲ੍ਹ ਨੂੰ ਭਲਾ ਦਿਨ ਆ ਜਾਵੇ, ਹੋ ਸਕਦਾ ਕੱਲ੍ਹ ਨੂੰ ਬੁਰਾ ਦਿਨ ਆਵੇ, ਆਪਣੇ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਨਹੀਂ ਪਤਾ। ਸੋ ਇਹ ਬੜੀ ਵੱਡੀ ਧੀਰਜ ਹੈ ਵੀ ਗੁਰੂ ਪਾਤਸ਼ਾਹ ਦੇ ਹੱਥ ਵਿੱਚ ਨੰਗੀ ਤਲਵਾਰ ਫੜੀਏ, ਆਖਦੇ ਨੇ ਕੋਈ ਸਿੱਖ ਸੀਸ ਦੇਵੇ, ਸਾਨੂੰ ਬੜੀ ਜ਼ਰੂਰਤ ਪੈ ਗਈ ਹੈ। ਔਰ ਗੁਰਮੁਖੋ ਇਸ ਤੋਂ ਪਹਿਲਾਂ 9 ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠੇ, ਤੇ 9 ਗੁਰੂ ਸਾਹਿਬਾਂ ਦੇ ਵਿੱਚੋਂ ਕਿਸੇ ਨੇ ਨਹੀਂ ਆਖਿਆ ਤਲਵਾਰ ਕੱਢ ਕੇ ਵੀ ਸਾਨੂੰ ਕੋਈ ਸਿੱਖ ਸੀਸ ਦੇਵੇ ਤੇ ਸਾਨੂੰ ਚਾਹੀਦਾ। ਇਹ 10ਵੇਂ ਪਾਤਸ਼ਾਹ ਦਾ ਕੌਤਕ, ਪਹਿਲੀ ਵਾਰੀ ਸੰਗਤ ਵਿੱਚ ਇਹ ਬਚਨ ਹੋ ਰਿਹਾ, ਤੇ ਜਿਹੜੀ ਗੱਲ ਕਦੇ ਹੋਈ ਨਾ ਹੋਵੇ ਉਹ ਪਹਿਲੀ ਵਾਰੀ ਹੋਵੇ, ਤੇ ਗੁਰਮੁਖੋ ਉਸ ਨੂੰ ਮੰਨਣਾ, ਉਹਦੇ ਉੱਪਰ ਟਿਕਣਾ ਬੜਾ ਔਖਾ ਹੈ, ਬੜਾ ਕਠਿਨ ਹੈ। ਵਿਚਾਰ ਕਰਕੇ ਵੇਖੀਏ ਆਪਣੇ ਮਨ ਦੇ ਵਿੱਚ ਵੀ ਭਾਈ ਦਇਆ ਰਾਮ ਦੇ ਵਿੱਚ ਕਿੰਨੀ ਧੀਰਜ ਹੋਵੇਗੀ, ਕਿੰਨਾ ਹੌਸਲਾ ਹੋਵੇਗਾ, ਕਿੰਨਾ ਵਿਸ਼ਵਾਸ ਹੋਵੇਗਾ। ਅਸੀਂ ਤੇ ਨਿੱਕੀ ਜਿਹੀ ਗੱਲ ਤੇ ਨਾਰਾਜ਼ ਹੋ ਜਾਂਦੇ ਨੇ ਗੁਰੂ ਦੇ ਨਾਲ। ਕਿੰਨਾ ਵੱਡਾ ਵਿਸ਼ਵਾਸ ਹੈ। ਗੁਰੂ ਸੀਸ ਮੰਗਦਾ ਪਿਆ, ਸਿੱਖ ਉੱਠ ਕੇ ਖੜਾ ਹੋ ਗਿਆ। ਬੜੀ ਵੱਡੀ ਧੀਰਜ ਦੀ ਲੋੜ ਹੈ। ਗੱਲਾਂ ਕਰਨੀਆਂ ਸੌਖੀਆਂ ਨੇ, ਇਤਿਹਾਸ ਸੁਣਾਉਣਾ ਸੁਣ ਲੈਣਾ, ਬਚਨ ਕਹਿ ਲੈਣਾ ਸੁਣ ਲੈਣਾ ਬੜਾ ਸੌਖਾ, ਪਰ ਕਰਕੇ ਵਿਖਾਉਣਾ ਬੜਾ ਔਖਾ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਖਾਣ ਨਾ ਕੀਜੈ। ਐਸੇ ਬਚਨ ਕਹਿਣ ਲੱਗੇ ਵੀ ਬੜੇ ਵੱਡੇ ਹੌਸਲੇ ਦੇ ਨਾਲ ਜਦੋਂ ਮੌਤ ਸਾਹਮਣੇ ਹੋਵੇ ਨਾ ਗੁਰਮੁਖੋ, ਤੇ ਫਿਰ ਕੋਈ ਵਿਰਲਾ ਹੀ ਹੈ ਜਿਹੜਾ ਮੌਤ ਦੇ ਸਾਹਮਣੇ ਹੁੰਦਾ, ਮੌਤ ਨਾਲ ਮੱਥਾ ਲਾਉਂਦਾ, ਨਹੀਂ ਤੇ ਦੁਨੀਆ ਕੰਨੀ ਕਤਰਾਉਂਦੀ ਵੇਖੀ ਹੈ, ਭੱਜਦੀ ਵੇਖੀ ਹੈ। ਦੁਆਪਰ ਯੁੱਗ ਦੇ ਵਿੱਚ ਬੜਾ ਵੱਡਾ ਸੂਰਮਾ ਅਰਜੁਨ ਹੈ, ਬੜੀਆਂ ਜੰਗਾਂ ਜਿੱਤੀਆਂ, ਬੜਾ ਤਜਰਬਾ ਕੋਲ ਹੈ, ਪਰ ਜਦੋਂ ਆਪਣੇ ਪੁੱਤਰ ਨੂੰ ਸਾਹਮਣੇ ਮਰਿਆ ਵੇਖਿਆ ਤੇ ਆਪਣੇ ਹਥਿਆਰ ਸੁੱਟ ਕੇ ਰੋਣ ਲੱਗ ਪਿਆ, ਕਹਿਣ ਲੱਗਾ ਮੈਂ ਨਹੀਂ ਲੜਾਂਗਾ। ਮੌਤ ਦਾ ਸਾਹਮਣਾ ਕਰਨਾ ਬੜਾ ਔਖਾ, ਪਰ ਭਾਈ ਦਇਆ ਰਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਧੀਰਜ ਲੈ ਕੇ ਖੜੇ ਹੋਏ ਹਨ। ਬਿਨਤੀ ਭਨੀ ਜੋਰ ਜੁਗ ਕਰ ਕੋ। ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਤਰਲਾ ਕੀਤਾ। ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਭਾਈ ਦਇਆ ਰਾਮ ਬੇਨਤੀ ਕਰਦੇ ਹਨ। ਲੀਜੈ ਸਤਿਗੁਰ ਮੇਰੇ ਸਿਰ ਕੋ। ਕੀ ਬੇਨਤੀ ਕੀਤੀ? ਐ ਮਾਲਕ ਸਤਿਗੁਰੂ ਜੀ, ਮੈਂ ਸੀਸ ਦੇਣ ਵਾਸਤੇ ਤਿਆਰ ਹਾਂ। ਆਪ ਕਿਰਪਾ ਕਰੋ, ਮੇਰਾ ਸੀਸ ਅੰਗੀਕਾਰ ਕਰੋ। ਜੇ ਮੇਰਾ ਇਹ ਸਰੀਰ ਤੁਹਾਡੇ ਕੰਮ ਆ ਜਾਵੇ, ਇਹਦੇ ਤੋਂ ਚੰਗੀ ਮੇਰੀ ਕਿਸਮਤ ਨਹੀਂ ਹੋ ਸਕਦੀ। ਭਾਈ ਮਨੀ ਸਿੰਘ ਨੇ ਬਚਨ ਲਿਖੇ ਨਾ ਇਤਿਹਾਸ ਦੇ ਵਿੱਚ, ਕਹਿਣ ਲੱਗੇ ਹਰ ਹੀਰਿਆਂ ਕੀ ਕੋਠੜੀ ਤਨ ਗੰਦਗੀ ਕੀ ਖਾਨ। ਪਰਮਾਤਮਾ ਤੇ ਹੀਰਿਆਂ ਦਾ ਮਹਿਲ ਹੈ, ਤੇ ਸਾਡਾ ਇਹ ਸਰੀਰ ਹੈ ਗੰਦਗੀ ਦਾ ਇੱਕ ਟੋਕਰਾ। ਸਾਡੇ ਸਰੀਰ ਦਾ ਕਿਹੜਾ ਅੰਗ ਹੈ ਜਿਹਦੇ ਵਿੱਚੋਂ ਗੰਦਗੀ ਨਹੀਂ ਨਿਕਲਦੀ, ਮੈਲ ਨਹੀਂ ਨਿਕਲਦੀ ਹੈ? ਸਰੀਰ ਦੇ 9 ਦਰਵਾਜ਼ੇ ਨੇ, 9 ਦੁਆਰਿਆਂ ਦੇ ਵਿੱਚੋਂ ਹੀ ਗੰਦਗੀ ਨਿਕਲਦੀ ਹੈ। ਤਾਂ ਨਿਕਲਦੀ ਹੈ ਕਿਉਂਕਿ ਗੰਦ ਦਾ ਇਹ ਭਰਿਆ ਹੋਇਆ ਸਰੀਰ ਹੈ। ਪਰ ਜੇ ਇਹ ਗੰਦਗੀ ਦੀ ਟੋਕਰੀ ਦੇ ਕੇ ਹੀਰਾ ਮਿਲ ਜਾਵੇ ਤੇ ਇਹਦੇ ਵਰਗਾ ਸੌਦਾ ਦੁਨੀਆ ਦਾ ਹੋ ਹੀ ਨਹੀਂ ਸਕਦਾ। ਕਹਿਣ ਲੱਗੇ ਹਰ ਹੀਰਿਆਂ ਕੀ ਕੋਠੜੀ ਤਨ ਗੰਦਗੀ ਕੀ ਖਾਨ। ਤਨ ਦਿੱਤਿਆਂ ਜੇ ਹਰ ਮਿਲੇ ਤਉ ਵੀ ਸਸਤੋ ਜਾਨ। ਸਰੀਰ ਦੇ ਕੇ ਰੱਬ ਮਿਲੇ ਤੇ ਇਹਦੇ ਵਰਗਾ ਸਸਤਾ ਸੌਦਾ ਕੋਈ ਹੈ ਹੀ ਨਹੀਂ, ਝਾਟੀ ਦੇ ਦੇਣਾ ਚਾਹੀਦਾ। ਪਰ ਗੁਰਮੁਖੋ ਸਰੀਰ ਦੇ ਕੇ ਵੀ ਪਰਮਾਤਮਾ ਨਹੀਂ ਕਈਆਂ ਨੂੰ ਮਿਲਿਆ।
ਵੱਡਿਆਂ ਭਾਗਾਂ ਵਾਲਿਆਂ ਨੂੰ। ਬੇਨਤੀ ਕਰਦੇ ਪਏ ਭਾਈ ਦਇਆ ਰਾਮ, ਲੀਜੈ ਸਤਿਗੁਰ ਮੇਰੇ ਸਿਰ ਕੋ, ਮਹਾਰਾਜ ਕਿਰਪਾ ਕਰੋ, ਮੈਂ 2 ਵਾਰੀ ਬਚਨ ਨਹੀਂ ਮੰਨ ਸਕਿਆ ਤੇ ਮੇਰੀ ਉਸ ਗਲਤੀ ਨੂੰ ਨਾ ਚਿਤਾਰਿਓ। ਮੇਰੇ ਤੇ ਕਿਰਪਾ ਇਹ ਕਰੋ ਵੀ ਮੇਰਾ ਇਹ ਤੀਸਰੀ ਵਾਰੀ ਜਿਹੜਾ ਤੁਸੀਂ ਬਚਨ ਕੀਤਾ ਨਾ, ਮੇਰਾ ਸੀਸ ਆਪ ਜੀ ਕਬੂਲ ਕਰ ਲਵੋ, ਅੰਗੀਕਾਰ ਕਰ ਲਵੋ, ਮੈਂ ਸਿਰ ਦੇਣ ਵਾਸਤੇ ਤਿਆਰ ਹਾਂ। ਸੁਨ ਕਲਗੀਧਰ ਤਜਿਓ ਪ੍ਰਿਯੰਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਨਾ ਬਚਨ, ਜਦੋਂ ਭਾਈ ਦਇਆ ਰਾਮ ਨੇ ਸੰਗਤ ਵਿੱਚ ਖੜ ਕੇ ਆਖਿਆ ਉੱਚੀ ਆਵਾਜ਼ ਦੇ ਵਿੱਚ ਵੀ ਮਹਾਰਾਜ ਮੈਂ ਸੀਸ ਦੇਣ ਨੂੰ ਤਿਆਰ ਹਾਂ। ਇਤਿਹਾਸ ਕਹਿੰਦਾ ਵੀ ਮਹਾਰਾਜ ਪਲੰਘੇ ਤੇ ਬੈਠੇ ਹੋਏ ਤੇ ਇਹ ਬਚਨ ਸੁਣ ਕੇ ਮਹਾਰਾਜ ਉੱਠ ਪਏ, ਖੜੇ ਹੋ ਗਏ। ਸਤਿਗੁਰੂ ਬਚਨ ਸੁਣ ਕੇ ਨਾ ਸਿੱਖ ਦਾ ਜਦੋਂ ਆਖਿਆ ਮਹਾਰਾਜ ਮੈਂ ਸੀਸ ਦੇਣ ਨੂੰ ਤਿਆਰ ਹਾਂ, ਆਪਣੇ ਪਲੰਘੇ ਤੋਂ ਮਹਾਰਾਜ ਉੱਠ ਕੇ ਖੜੇ ਹੋਏ ਹਨ। ਦੇਨੋ ਸਿਰ ਤੋਂ ਆਏ ਨਿਸ਼ੰਕਾ। ਸਤਿਗੁਰਾਂ ਨੇ ਪਹਿਲਾ ਸਵਾਲ ਕੀਤਾ, ਕਹਿਣ ਲੱਗੇ ਭਾਈ ਸੀਸ ਦੇਣ ਆ ਗਿਆ, ਬੜੀ ਚੰਗੀ ਗੱਲ ਹੈ, ਪਰ ਇਹ ਗੱਲ ਦੱਸ ਕਿ ਤੈਨੂੰ ਜਿਹੜਾ ਸੀਸ ਦੇਣ ਤੂੰ ਆ ਗਿਆ ਇਹਦੇ ਵਿੱਚ ਕੋਈ ਤੈਨੂੰ ਦੁੱਖ ਤੇ ਨਹੀਂ ਹੈ, ਬਿਪਤਾ ਤੇ ਨਹੀਂ ਹੈ? ਕਈ ਵਾਰੀ ਕੀ ਹੁੰਦਾ ਕਿ ਘਰ ਦੀਆਂ ਮਜਬੂਰੀਆਂ ਹੁੰਦੀਆਂ ਤੇ ਉਹ ਮਜਬੂਰੀਆਂ ਦੇ ਵਾਸਤੇ ਬੰਦਾ ਸੋਚਦਾ ਵੀ ਮੈਂ ਮਾਰੀ ਜਾਵਾਂ। ਕੁਝ ਲੋਕ ਖੁਦਕੁਸ਼ੀ ਕਰ ਲੈਂਦੇ ਨਾ ਬਿਪਤਾ ਦੇ ਵਿੱਚ ਪੈ ਕੇ, ਤੇ ਫਿਰ ਬੰਦਾ ਸੋਚਦਾ ਵੀ ਮੈਂ ਇਸ ਦੁੱਖ ਦਾ ਮੁਕਾਬਲਾ ਨਹੀਂ ਕਰ ਸਕਦਾ, ਮੈਂ ਮਰ ਜਾਵਾਂ। ਤੇ ਮਰ ਵੀ ਜਾਂਦੇ ਕਈ ਲੋਕ, ਆਤਮ ਹੱਤਿਆ ਕਰ ਲੈਂਦੇ। ਆਤਮ ਹੱਤਿਆ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ। ਆਤਮ ਘਾਤੀ ਹੈ ਜਗਤ ਕਸਾਈ। ਦੁਨੀਆ ਵਿੱਚ ਕਸਾਈ ਬੜੇ ਹੋਣਗੇ। ਕਸਾਈ ਕਹਿੰਦੇ ਨੇ ਮਾਰਨ ਵਾਲਾ, ਜਿਵੇਂ ਬੱਕਰੇ ਨੂੰ ਮਾਰਿਆ ਜਾਂਦਾ, ਕੁੱਕੜ ਮੁਰਗੇ ਨੂੰ ਮਾਰਿਆ ਜਾਂਦਾ। ਜਲਾਦ ਵੀ ਲੋਕਾਂ ਨੂੰ ਫਾਹੀ ਟੰਗਦਾ, ਫਾਂਸੀ ਲਾਉਂਦਾ। ਦੁਨੀਆ 'ਤੇ ਜਲਾਦ ਬੜੇ ਹੋਏ ਹੋਣਗੇ, ਫਾਂਸੀ ਲਾਉਣ ਵਾਲੇ। ਦੁਨੀਆ 'ਤੇ ਝਟਕਈ ਬੜੇ ਹੋਏ ਹੋਣਗੇ, ਦੁਨੀਆ 'ਤੇ ਕਸਾਈ ਬੜੇ ਹੋਏ ਹੋਣਗੇ, ਕੋਹ ਕੇ ਮਾਰਨ ਵਾਲੇ। ਪਰ ਦੁਨੀਆ 'ਤੇ ਇਹੋ ਜਿਹਾ ਕਸਾਈ ਕੋਈ ਨਹੀਂ ਹੋਇਆ ਜਿਸ ਨੇ ਸਾਰੀ ਦੁਨੀਆ ਨੂੰ ਮਾਰ ਦਿੱਤਾ ਹੋਵੇ। ਕੋਈ ਹੈ ਇਹੋ ਜਿਹਾ? ਸਾਰੀ ਦੁਨੀਆ ਨੂੰ ਕਤਲ ਕਰਨ ਵਾਲਾ ਕਸਾਈ ਕੋਈ ਨਹੀਂ ਹੈ। ਪਰ ਮਹਾਰਾਜ ਕਹਿਣ ਲੱਗੇ ਜਿਹਨੇ ਆਪਣੇ ਆਪ ਨੂੰ ਮਾਰ ਲਿਆ ਨਾ, ਉਹ ਪੂਰੀ ਦੁਨੀਆ ਨੂੰ ਕਤਲ ਕਰਨ ਦਾ ਦੋਸ਼ ਉਹਨੂੰ ਲੱਗਦਾ। ਪੂਰੀ ਦੁਨੀਆ ਨੂੰ ਕਸਾਈ ਬਣ ਕੇ ਮਾਰਨ ਦਾ ਦੋਸ਼, ਜਾਂ ਕਹਿ ਲਈਏ ਪਾਪ, ਉਹਨੂੰ ਲੱਗਦਾ ਹੈ ਜਿਹੜਾ ਆਪਣੇ ਆਪ ਨੂੰ ਮਾਰ ਲੈਂਦਾ। ਆਤਮ ਘਾਤੀ ਹੈ ਜਗਤ ਕਸਾਈ। ਸਾਰੇ ਜਗਤ ਨੂੰ ਮਾਰਨ ਵਾਲਾ ਕਸਾਈ ਇੱਕ ਪਾਸੇ ਹੋਵੇ ਤੇ ਇੱਕ ਪਾਸੇ ਆਪਣੇ ਆਪ ਨੂੰ ਮਾਰਨ ਵਾਲਾ ਹੋਵੇ, ਦੋਨੇ ਪਾਪ ਬਰਾਬਰ ਨੇ। ਪਰ ਦੁਨੀਆ ਦੇ ਵਿੱਚ ਇਹੋ ਜਿਹਾ ਕਸਾਈ ਕੋਈ ਨਹੀਂ ਹੋਇਆ ਜਿਹਨੇ ਸਾਰੀ ਦੁਨੀਆ ਨੂੰ ਮਾਰਿਆ ਹੋਵੇ। ਇੱਕ ਦੋਵਾਂ ਪੰਜਾਂ ਸੱਤਾਂ ਨੂੰ ਮਾਰਿਆ ਹੋਵੇ ਤੇ ਵੱਖਰੀ ਗੱਲ ਹੈ। ਪਰ ਗੁਰਮੁਖੋ, ਇਹ ਆਤਮ ਹੱਤਿਆ ਕਰਨੀ ਨਹੀਂ ਚਾਹੀਦੀ। ਬੜਾ ਵੱਡਾ ਪਾਪ ਹੈ, ਬੱਜਰ ਪਾਪ, ਬੱਜਰ ਗੁਨਾਹ। ਕਦੇ ਮਾਫ ਨਹੀਂ ਹੋਵੇਗਾ, ਕਦੇ ਛੁੱਟਿਆ ਨਹੀਂ ਜਾਵੇਗਾ, ਭੜਕਦਾ ਰਹੇਗਾ। ਰੋ ਵਿਚਾਰ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਭਾਈ ਕੋਈ ਤੈਨੂੰ ਘਰ ਵਿੱਚ ਬਿਪਤਾ ਤੇ ਨਹੀਂ ਪਈ ਵੀ ਉਸ ਬਿਪਤਾ ਤੋਂ ਛੁਟਕਾਰਾ ਪਾਉਂਦਾ ਵੀ ਚਲੋ ਘਰ ਦੇ ਕੰਮ ਵਿੱਚ ਵੀ ਮਰਨਾ ਹੀ ਹੈ ਤੇ ਇੱਥੇ ਹੀ ਮਰ ਕੇ ਛੁੱਟ ਜਾਵਾਂ? ਇਹ ਪੁੱਛਿਆ ਮਹਾਰਾਜ ਨੇ। ਸਤਿਗੁਰੂ ਪੁੱਛਦੇ ਪਏ, ਕਹਿਣ ਲੱਗੇ ਕੋਈ ਘਰ ਦੀ ਬਿਪਤਾ ਤੇ ਨਹੀਂ, ਕੋਈ ਘਰ ਦਾ ਦੁੱਖ ਤੇ ਨਹੀਂ ਜਿਹਦੇ ਕਰਕੇ ਤੂੰ ਮਰਨਾ ਚਾਹੁੰਦਾ ਹੈ? ਦੋਨੋਂ ਸਿਰ ਤੇ ਆਏ ਨਿਸ਼ੰਕਾ। ਸਤਿਗੁਰਾਂ ਨੇ ਫਿਰ ਪੁੱਛਿਆ, ਕਹਿਣ ਲੱਗੇ ਕੋਈ ਬਿਮਾਰੀ ਤੇ ਨਹੀਂ ਹੈ ਸਰੀਰ ਨੂੰ ਲੱਗੀ ਹੋਈ? ਕਈ ਵਾਰੀ ਗੁਰਮੁਖੋ ਰੋਗ ਹੀ ਇਹੋ ਜਿਹਾ ਲੱਗ ਜਾਂਦਾ ਹੈ, ਬੰਦਾ ਬੜੀਆਂ ਦਵਾਈਆਂ ਬੂਟੀਆਂ ਕਰਦਾ, ਪਰਹੇਜ਼ ਕਰਦਾ, ਉਪਚਾਰ ਕਰਦਾ, ਬੜਾ ਕੁਝ ਕਰਦਾ, ਪਰ ਬਿਮਾਰੀ ਨਾਲ ਦਿਨੇ ਰਾਤ ਤੜਪਦਾ ਰਹਿੰਦਾ, ਦੁਖੀ ਰਹਿੰਦਾ। ਤੇ ਫਿਰ ਵੀ ਬੰਦਾ ਸੋਚਦਾ ਵੀ ਯਾਰ ਇਹੋ ਜਿਹੀ ਬਿਮਾਰੀ ਦੁੱਖ ਨਾਲੋਂ ਤੇ ਇੱਕ ਦਿਨ ਮਰ ਹੀ ਜਾਵਾਂ ਤੇ ਚੰਗਾ। ਕੁਝ ਬਿਮਾਰੀਆਂ ਹੁੰਦੀਆਂ ਜਿਹੜੀਆਂ ਕਰਮਾਂ ਦਾ ਰੋਗ ਬਣ ਜਾਂਦੀਆਂ, ਤੇ ਕਰਮ ਦਾ ਬਣਿਆ ਰੋਗ ਸਾਰੀ ਉਮਰ ਭਾਵੇਂ ਦਵਾਈ ਖਾਈ ਵੀ ਜਾਓ, ਇਲਾਜ ਕਰੀ ਵੀ ਜਾਓ, ਉਹ ਰੋਗ ਪਿੱਛਾ ਨਹੀਂ ਛੱਡਦਾ। ਕੋਈ ਇਹੋ ਜਿਹੀ ਦਰਦ ਹੋਣ ਲੱਗ ਪੈਣੀ, ਕੋਈ ਇਹੋ ਜਿਹਾ ਸਰੀਰ ਨੂੰ ਦੁੱਖ ਲੱਗ ਜਾਣਾ, ਦਵਾਈ ਖਾਣ ਦੇ ਬਾਵਜੂਦ ਵੀ ਪਿੱਛਾ ਨਹੀਂ ਛੱਡਿਆ, ਤੇ ਸਾਰੀ ਰਾਤ ਹਾਏ ਹਾਏ ਕਰਕੇ ਬਤੀਤ ਕਰਦਾ। ਰਾਤ ਨੂੰ ਉੱਠ ਕੇ ਬੈਠ ਜਾਂਦਾ, ਰੋਣ ਲੱਗ ਪੈਂਦਾ। ਬਿਮਾਰੀ ਦਾ ਦੁੱਖ ਸਹਿਣਾ ਬੜਾ ਔਖਾ। ਵੱਡੇ ਵੱਡੇ ਜਿਹੜੇ ਆਕੜ ਖਾਨ ਆ ਆਪਣੇ ਆਪ ਨੂੰ ਕਹਿਣ ਵਾਲੇ ਕਿ ਸਾਡੇ ਵਿੱਚ ਬੜੀ ਆਕੜ ਹੈ, ਮੇਰੇ ਵਿੱਚ ਬੜੀ ਹਉਮੈ ਹੈ, ਮੇਰੀ ਪਹੁੰਚ ਬੜੀ ਹੈ, ਮੇਰੀ ਤਾਕਤ ਬੜੀ ਹੈ,
ਪੀੜ ਦੇ ਅੱਗੇ ਉਹਨਾਂ ਨੇ ਵੀ ਗੋਡੇ ਨਵਾ ਲਏ, ਉਹਨਾਂ ਨੂੰ ਵੀ ਨਿਭਣਾ ਪਿਆ। ਤੇ ਸਾਡੇ ਸਾਹਮਣੇ ਇਤਿਹਾਸ ਆ ਜਾਂਦਾ ਬਾਬਾ ਦਾਤੂ ਜੀ ਦਾ। ਬਾਬਾ ਦਾਤੂ ਜੀਆਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਤ ਮਾਰੀ ਤੇ ਲੱਤ ਵਿੱਚ ਇਹੋ ਜਿਹਾ ਦਰਦ ਹੋਣ ਲੱਗ ਪਿਆ ਵੀ ਸਾਰੀ ਉਮਰ ਦਰਦ ਹੁੰਦਾ ਹੀ ਰਿਹਾ। ਕਈ ਸਾਲ ਜਦੋਂ ਦਰਦ ਹੋਇਆ ਤੇ ਇੱਕ ਦਿਨ ਰਾਤ ਨੂੰ ਉੱਠ ਕੇ ਰੋਂਦਾ ਪਿਆ, ਇਹ ਦਰਦ ਜਾਂਦਾ ਨਹੀਂ। ਬੜੇ ਵੈਦ ਬੁਲਾਏ, ਬੜੇ ਹਕੀਮਾਂ ਤੋਂ ਦਵਾਈ ਲਈ ਹੈ, ਬੜੇ ਉਪਚਾਰ ਕੀਤੇ, ਬੜੇ ਪਰਹੇਜ਼ ਕੀਤੇ, ਬੜੀਆਂ ਮੰਨਤਾਂ ਮੰਨੀਆਂ, ਪਰ ਦੁੱਖ ਨਹੀਂ ਗਿਆ। ਰਾਤ ਨੂੰ ਉੱਠ ਕੇ ਬੈਠਾ ਰੋਂਦਾ ਪਿਆ, ਆਪਣੇ ਪਿਤਾ ਨੂੰ ਯਾਦ ਕਰਦਾ, ਕਹਿਣ ਲੱਗਾ, ਪਿਤਾ ਸਤਿਗੁਰੂ, ਇਹੋ ਜਿਹਾ ਕਿਹੜਾ ਗੁਨਾਹ ਹੋ ਗਿਆ ਮੇਰੇ ਕੋਲੋਂ ਐਸੀ ਦਰਦ ਹੁੰਦੀ ਪਈ ਹੈ। ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਦਰਸ਼ਨ ਦੇ ਕੇ ਆਖਿਆ, ਕਹਿਣ ਲੱਗੇ, ਦਾਤੂ, ਇਹ ਲੱਤ ਤੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਮਾਰੀ ਹੈ, ਇਹਦੀ ਪੀੜ ਦਵਾਈ ਬੂਟੀ ਨਾਲ ਨਹੀਂ ਜਾਣੀ, ਇਸੇ ਤਰ੍ਹਾਂ ਹੀ ਹੁੰਦੀ ਰਹਿਣੀ। ਤੇ ਫਿਰ ਤਰਲਾ ਕੀਤਾ, ਜੀ ਕੋਈ ਤੇ ਇਹਦਾ ਹੱਲ ਦੱਸੋ ਨਾ, ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਤੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ, ਇੱਕ ਸਮਾਂ ਆਵੇਗਾ, ਗੁਰੂ ਅਰਜਨ ਦੇ ਪਾਤਸ਼ਾਹ ਤੇਰੇ ਕੋਲ ਆਉਣਗੇ ਕਿਸੇ ਬਹਾਨੇ ਦੇ ਨਾਲ, ਤੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕੀ, ਪੀੜਾ ਦੂਰ ਹੋਵੇਗੀ। ਇਸੇ ਤਰ੍ਹਾਂ ਹੀ ਹੋਇਆ। ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਦਾ, ਬੇਨਤੀ ਕਰਦਾ, ਫਿਰ ਆਪਣੀ ਕਰਤੂਤ ਦੱਸਦਾ ਵੀ ਮੈਂ ਇਹ ਲੱਤ ਵੱਡੇ ਸਤਿਗੁਰਾਂ ਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਉਹੇ ਬਣਿਆ ਵੇ, ਜਿਨ੍ਹਾਂ ਦੀ ਉਪਮਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ, ਤੁਲਨਾ ਨਹੀਂ ਕੀਤੀ ਜਾ ਸਕਦੀ, ਮੈਂ ਉਸ ਗੁਰੂ ਦੇ ਲੱਤ ਮਾਰੀ ਆ। ਆਪਣੇ ਮੂੰਹੋਂ ਦੱਸਿਆ ਆਪਣਾ ਗੁਨਾਹ, ਲੱਤ ਮਾਰਨ ਕਰਕੇ ਮੇਰੇ ਦਰਦ ਨਹੀਂ ਰੁਕੀ, ਬੜੀਆਂ ਦਵਾਈਆਂ ਤੇ ਬੜੇ ਉਪਚਾਰ ਕੀਤੇ। ਮੈਨੂੰ ਪਿਤਾ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਪਨੇ ਵਿੱਚ ਆ ਕੇ ਆਖਿਆ ਸੀ, ਦਾਤੂ, ਦੁੱਖ ਤੋਂ ਛੁਟਕਾਰਾ ਚਾਹੁੰਦਾ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕ। ਗੁਰਮੁਖੋ, ਇੱਕ ਦਿਨ ਉਹ ਸੀ ਜਿੱਦਣ ਬਾਬਾ ਦਾਤੂ ਜੀ ਧੰਨ ਗੁਰੂ ਅਮਰਦਾਸ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ ਸਨ। ਕਹਿੰਦੇ ਸਾਡਾ ਸੇਵਕ ਹੈ, ਲੱਤ ਮਾਰਦਾ ਪਿਆ। ਪੀੜ ਨੇ, ਦਰਦ ਨੇ, ਦੁੱਖ ਨੇ ਇਹੋ ਜਿਹਾ ਦਬਾਇਆ, ਇਹੋ ਜਿਹਾ ਹੰਕਾਰ ਤੋੜਿਆ, ਮਾਣ ਤੋੜਿਆ। ਅੱਜ ਉਸੇ ਗੁਰੂ ਦੇ ਦੋਹਤਰੇ ਦੇ ਚਰਨਾਂ ਦੇ ਉੱਪਰ ਮੱਥਾ ਟੇਕਦਾ ਪਿਆ। ਕਈ ਵਾਰੀ ਸਾਡੇ ਮਨ ਵਿੱਚ ਮਾਣ ਆ ਜਾਂਦਾ ਹੈ, ਪਰ ਰੋਹ ਵਿਚਾਰ ਸਤਿਗੁਰੂ ਪੁੱਛਦੇ ਪਏ, ਕਹਿਣ ਲੱਗੇ, ਦਇਆ ਰਾਮ, ਤੇਰੇ ਕੋਈ ਸਰੀਰ ਵਿੱਚ ਕੋਈ ਦਰਦ, ਕੋਈ ਪੀੜਾ, ਕੋਈ ਦੁੱਖ ਹੈ? ਤੂੰ ਦੁਖੀ ਤੇ ਨਹੀਂ ਵੀ ਦੁਖੀ ਹੋ ਕੇ ਜਾਨ ਦੇਣ ਲੱਗਾ ਵੀ ਤਾਂ ਆ ਗਿਆ ਗੁਰੂ ਕੋਲ। ਇਹ ਦੂਜੀ ਵਾਰੀ ਪੁੱਛਿਆ, ਤੂੰ ਸਾਬਤ ਹੋਣਾ ਚਾਹੀਦਾ। ਤੇ ਅੱਜ ਵੀ ਗੁਰਮੁਖੋ ਜਦੋਂ ਪੰਜ ਪਿਆਰੇ ਲੱਗਦੇ ਨਾ, ਅੰਮ੍ਰਿਤ ਸੰਚਾਰ ਕਰਦੇ, ਕੁਝ ਸੰਗਤਾਂ ਨੂੰ ਪਤਾ, ਕੁਝ ਸੰਗਤਾਂ ਨੂੰ ਨਹੀਂ ਪਤਾ। ਤੇ ਜਿਹਦੇ ਸਰੀਰ ਦਾ ਇੱਕ ਵੀ ਅੰਗ ਕੱਟਿਆ, ਉਹ ਪੰਜਾਂ ਪਿਆਰਿਆਂ ਦੀ ਸੇਵਾ 'ਚ ਨਹੀਂ ਲੱਗ ਸਕਦਾ। ਜਿਹਦੇ ਸਾਰੇ ਅੰਗ ਪੂਰੇ ਨੇ, ਹੱਥ ਪੈਰ ਦੀਆਂ ਉਂਗਲਾਂ ਪੂਰੀਆਂ ਨੇ, ਸਾਰੇ ਸਰੀਰ ਦੇ ਅੰਗ ਪੂਰੇ ਨੇ, ਪੰਜਾਂ ਪਿਆਰਿਆਂ ਦੀ ਸੇਵਾ 'ਚ ਉਹੀ ਲੱਗ ਸਕਦਾ। ਜਿਹਦਾ ਇੱਕ ਵੀ ਅੰਗ ਘੱਟ ਹੈ ਜਾਂ ਅੰਗ ਖਰਾਬ ਹੈ, ਉਹ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਅੱਜ ਵੀ ਨਹੀਂ ਲੱਗ ਸਕਦਾ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ, ਭਾਈ, ਪਹਿਲਾ ਬਚਨ ਇਹ ਆ ਵੀ ਤੈਨੂੰ ਘਰ ਦੀ ਕੋਈ ਮੁਸੀਬਤ ਤੇ ਨਹੀਂ ਵੀ ਉਹਦੇ ਤੋਂ ਛੁਟਕਾਰਾ ਪਾਉਣ ਵਾਸਤੇ ਇੱਥੇ ਆ ਗਿਆ। ਤੇ ਦੂਜਾ ਬਚਨ ਮਹਾਰਾਜ ਨੇ ਆਖਿਆ, ਕੋਈ ਤੈਨੂੰ ਇਹੋ ਜਿਹੀ ਲਾ ਇਲਾਜ ਬਿਮਾਰੀ ਤੇ ਨਹੀਂ ਵੀ ਤੂੰ ਉਹਦੇ ਤੋਂ ਦੁਖੀ ਹੈ ਤੇ ਸਰੀਰ ਛੱਡਣਾ ਚਾਹਣਾ। ਕੀ ਤੂੰ ਨਵਾਂ ਨਰੋਇਆ? ਕੀ ਤੂੰ ਤੰਦਰੁਸਤ ਹੈ? ਕੀ ਤੂੰ ਆਪਣੀ ਮਰਜ਼ੀ ਦੇ ਨਾਲ ਇਹ ਕੰਮ ਕਰਨ ਲੱਗਾ? ਤੈਨੂੰ ਤੇਰੇ ਉੱਪਰ ਕੋਈ ਪਾਬੰਦੀ ਤੇ ਨਹੀਂ, ਤੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜ਼ੋਰ ਤੇ ਨਹੀਂ। ਇਹ ਬਚਨ ਦੱਸਣਾ ਕਰ। ਹਿਮ ਕਹਿ ਗਈ ਬਾਹਾਂ ਤਿਸਕੇਰੀ। ਤੇ ਭਾਈ ਦਇਆ ਰਾਮ ਨੇ ਉਸ ਵੇਲੇ ਹੱਥ ਜੋੜ ਕੇ ਆਖਿਆ, ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਸਰੀਰ ਵੀ ਨਵਾਂ ਨਰੋਇਆ ਤੇ ਤੁਹਾਡੀ ਕਿਰਪਾ ਦੇ ਨਾਲ ਪਰਿਵਾਰ ਵੱਲੋਂ ਵੀ ਕੋਈ ਦੁੱਖ ਹੀ ਨਹੀਂ ਹੈ। ਤੁਸੀਂ ਸਾਰੀਆਂ ਮੈਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ, ਦਿੱਤੀਆਂ ਹੋਈਆਂ, ਮੈਨੂੰ ਸਰੀਰ ਕਰਕੇ ਕੋਈ ਰੋਗ ਨਹੀਂ ਅਤੇ ਇਸੇ ਤਰ੍ਹਾਂ ਪਰਿਵਾਰ ਦੀ ਕੋਈ ਪਰੇਸ਼ਾਨੀ ਨਹੀਂ। ਮੈਂ ਮਰਜ਼ੀ ਨਾਲ ਆਇਆ, ਕਿਸੇ ਦੇ ਦਬਾਅ ਥੱਲੇ ਆ ਕੇ ਨਹੀਂ ਆਇਆ। ਤੇ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨਾ, ਅੱਜ ਵੀ ਬਚਨ ਕਰਦੇ, ਜਦੋਂ ਸੰਗਤ ਛਕਣ ਆਉਂਦੀ ਹੈ ਬਚਨ ਕਰਦੇ, ਕਹਿਣ ਲੱਗੇ, ਭਾਈ ਪਿਆਰਿਆ,
ਤੂੰ ਅੰਮ੍ਰਿਤ ਕਿਸੇ ਦੇ ਦਬਾਅ ਥੱਲੇ ਆ ਕੇ ਤੇ ਨਹੀਂ ਛਕਣ ਲੱਗਾ ਵੀ ਤੈਨੂੰ ਕਿਸੇ ਪੰਚ ਸਰਪੰਚ ਨੰਬਰਦਾਰ ਨੇ, ਕਿਸੇ ਇਲਾਕੇ ਦੇ ਮੋਹਤਬਾਰ ਨੇ, ਕਿਸੇ ਜਥੇਦਾਰ ਨੇ ਪ੍ਰੇਰਿਆ ਹੋਵੇ ਵੀ ਜ਼ਰੂਰ ਛਕਣਾ ਹੀ ਛਕਣਾ। ਜੇ ਕਿਸੇ ਦੇ ਦਬਾਅ ਵਿੱਚ ਆ ਕੇ ਛਕਣ ਲੱਗਾ ਤੇ ਜਾ ਚਲੇ ਜਾ, ਮਰਜ਼ੀ ਨਾਲ ਛਕਣ ਲੱਗਾ ਤੇ ਆ ਜਾ। ਸਤਿਗੁਰੂ ਇੱਥੇ ਪੁੱਛਦੇ ਪਏ। ਭਾਈ ਦਇਆ ਰਾਮ ਨੇ ਆਖਿਆ ਨਹੀਂ ਮਹਾਰਾਜ, ਮਰਜ਼ੀ ਨਾਲ ਆਇਆ। ਮਹਾਰਾਜ ਨੇ ਆਪਣੇ ਕੋਲ ਬੁਲਾਇਆ। ਭਾਈ ਦਇਆ ਰਾਮ ਦੀ ਬਾਂਹ ਫੜੀ ਹੈ, ਬਾਂਹ ਤੋਂ ਫੜ ਕੇ ਮਹਾਰਾਜ ਤੰਬੂ ਦੇ ਵਿੱਚ ਲੈ ਗਏ। ਜਿਹੜਾ ਤੰਬੂ ਲਾਇਆ ਸੀ ਨਾ, ਅੱਜ ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਮਹਾਰਾਜ ਸਾਹਿਬ ਜੀ ਉੱਥੇ ਲੈ ਗਏ ਹਨ। ਤੰਬੂ ਮੈਂ ਲੈ ਗਏ ਬਿਨ ਦੇਰੀ, ਬਿਨਾਂ ਡੇਰੀ ਤੋਂ, ਕੋਈ ਢੇਰ ਨਹੀਂ ਲਾਈ ਹੈ, ਬਿਨਾਂ ਡੇਰੀ ਤੋਂ ਭਾਈ ਦਇਆ ਰਾਮ ਨੂੰ ਪਕੜ ਕੇ ਮਹਾਰਾਜ ਉਸ ਤੰਬੂ ਦੇ ਵਿੱਚ ਲੈ ਗਏ ਹਨ। ਉਤੋਂ ਫਰਸ਼ ਵਿੱਚ ਦਿਓ ਬਿਠਾਈ। ਬੜਾ ਸੋਹਣਾ ਤੰਬੂ ਦੇ ਵਿੱਚ ਵਿਛਾਈ ਕੀਤੀ ਹੋਈ ਹੈ, ਬੜਾ ਸੋਹਣਾ ਤੰਬੂ ਲੱਗਿਆ ਸੀ। ਉਸ ਤੰਬੂ ਦੇ ਵਿੱਚ ਤੇ 4 ਚੁਫੇਰੇ ਉਹ ਤੰਬੂ ਬੰਦ ਹੈ। ਗੁਰੂ ਨੇ ਕੀ ਕਰਨਾ ਕਿਸੇ ਨੂੰ ਨਹੀਂ ਪਤਾ। ਉਸ ਤੰਬੂ ਦੇ ਵਿੱਚ ਮਹਾਰਾਜ ਲੈ ਗਏ ਹਨ। ਕਹਿਓ ਬੈਠ ਕਿਮ ਹੋਵੇ ਨਾ ਲਿਖਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਬਚਨ ਅਸੀਂ ਕੀਤਾ ਸੀ ਨਾ ਵੀ ਸਾਨੂੰ ਇੱਕ ਸੀਸ ਦੀ ਲੋੜ ਹੈ, ਵਾਕਿਆ ਹੀ ਸਾਨੂੰ ਸੀਸ ਦੀ ਲੋੜ ਹੈ। ਅਸੀਂ ਉਹ ਸੀਸ ਤੇਰਾ ਅੰਗੀਕਾਰ ਕਰਾਂਗੇ। ਇੱਕ ਸਿਰ ਪਰ ਖੜਗ ਚਲਾਇਓ। ਕਹਿਣ ਲੱਗੇ ਵੀ ਇਸ ਤਰ੍ਹਾਂ ਕਹਿ ਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਧੌਣ ਦੇ ਉੱਪਰ, ਗਰਦਨ ਦੇ ਉੱਪਰ ਜਿਹੜੀ ਹੱਥ ਵਿੱਚ ਤਲਵਾਰ ਫੜੀ ਸੀ ਨਾ, ਨੰਗੀ ਲਿਸ਼ਕਦੀ ਹੋਈ, ਮਹਾਰਾਜ ਜੀਆਂ ਨੇ ਵਾਰ ਕੀਤਾ। ਭਾਈ ਦਇਆ ਰਾਮ ਜੀਆਂ ਦਾ ਸਰੀਰ 2 ਹਿੱਸਿਆਂ ਵਿੱਚ ਵੰਡਿਆ ਗਿਆ। ਸੀਸ ਵੱਖਰਾ ਹੋ ਗਿਆ, ਧੜ ਵੱਖਰਾ ਹੋ ਗਿਆ। ਸੂਰਬੀਰ ਬਚਨ ਕੇ ਬਲੀ, ਗੁਰੂ ਬਚਨਾਂ ਦਾ ਬਲੀ ਹੈ, ਜਿਹੜਾ ਬਚਨ ਕਰਦਾ ਪੂਰਾ ਕਰਦਾ। ਤਲਵਾਰ ਦਾ ਵਾਰ ਕੀਤਾ, ਧੜ ਤੇ ਸੀਸ ਵੱਖਰੇ ਕੀਤੇ ਹਨ। ਸੀਸ ਜੁਦਾ ਕਰ ਰਕਤ ਬਹਾਇਓ। ਜਦੋਂ ਸਿਰ ਵੱਖਰਾ ਹੋਇਆ ਨਾ ਗੁਰਮੁਖੋ, ਤੇ ਧੜ ਵੱਖਰਾ ਹੋਇਆ ਤੇ ਲਹੂ ਤੇ ਡੁੱਲੇਗਾ ਨਾ, ਖੂਨ ਤੇ ਡੁੱਲੇਗਾ ਨਾ। ਮਾੜੀ ਜੀ ਸੱਟ ਲੱਗ ਜਾਵੇ ਤੇ ਖੂਨ ਨਿਕਲਦਾ। ਹੁਣ ਗਰਦਨ ਵੱਖਰੀ ਹੋਵੇ ਤੇ ਖੂਨ ਕਿਵੇਂ ਨਾ ਨਿਕਲੇ। ਕਹਿਣ ਲੱਗੇ ਖੂਨ ਡੁੱਲਿਆ ਤੇ ਕੁਝ ਖੂਨ ਜਿਹੜਾ ਹੈ ਨਾ ਉਸ ਤੰਬੂ ਦੇ ਵਿੱਚੋਂ ਬਾਹਰ ਵੀ ਨਿਕਲਦਾ ਹੋਇਆ ਲੋਕਾਂ ਨੇ ਵੇਖਿਆ ਹੈ। ਲੋਚਨ ਸ਼ਰਵਣ ਕਰੇ ਸਾਵਧਾਨਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਇਹ ਵੇਖ ਕੇ ਤੇ ਜਿੰਨੀ ਸੰਗਤ ਬੈਠੀ ਹੈ ਨਾ, ਸਾਰੇ ਡਰ ਗਏ ਮਨ ਦੇ ਵਿੱਚ ਵੀ ਅਸੀਂ ਤੇ ਸੋਚਿਆ ਵੀ ਮਹਾਰਾਜ ਚਲੋ ਵੈਸੇ ਹੀ ਕਹਿੰਦੇ ਹੋਣਗੇ ਵੀ ਸੀਸ ਚਾਹੀਦਾ, ਪਰ ਮਾਰਨਗੇ ਥੋੜ੍ਹੀ। ਤਲਵਾਰ ਚੱਲਣ ਦੀ ਆਵਾਜ਼ ਆਈ ਹੈ, ਬੰਦਾ ਮਰਨ ਦੀ ਆਵਾਜ਼ ਆਈ ਹੈ, ਖੂਨ ਬਾਹਰ ਡੁੱਲਿਆ ਹੈ। ਸਾਰਿਆਂ ਦੀਆਂ ਅੱਖਾਂ ਸਾਵਧਾਨ ਹੋ ਗਈਆਂ, ਬਿਟਰ ਬਿਟਰ ਝਾਕਣ ਲੱਗ ਪਿਆ ਤੰਬੂ ਦੇ ਵੱਲ ਵੀ ਸਾਨੂੰ ਕੋਈ ਭੁਲੇਖਾ ਤੇ ਨਹੀਂ ਪੈ ਗਿਆ। ਤੇ ਕੰਨ ਵੀ ਆਪਣੇ ਸਾਰਿਆਂ ਨੇ ਐ ਖੜੇ ਕਰ ਲਿਆ ਵੀ ਥੋੜ੍ਹੀ ਬਹੁਤੀ ਟੱਕ ਛੱਕ ਦੀ ਆਵਾਜ਼ ਵੀ ਸਾਡੇ ਕੰਨਾਂ ਵਿੱਚ ਪਵੇ, ਕਿਤੇ ਸਾਨੂੰ ਭੁਲੇਖਾ ਹੀ ਨਾ ਰਹਿ ਜਾਵੇ। ਕਿਉਂਕਿ ਕੰਨ ਦਾ ਸੁਣਿਆ ਤੇ ਅੱਖ ਦਾ ਵੇਖਿਆ ਫਰਕ ਹੈ। ਕੰਨ ਵੀ ਆਪਣੇ ਤੇਜ਼ ਕਰ ਲੈ ਚੰਗੀ ਤਰ੍ਹਾਂ ਵੀ ਕੀ ਹੋ ਰਿਹਾ, ਕੀ ਬਚਨ ਹੋ ਰਿਹਾ, ਕੀ ਕੌਤਕ ਹੋ ਰਿਹਾ। ਅੱਖਾਂ ਵੀ ਸਾਰਿਆਂ ਨੇ ਤੰਬੂ ਦੇ ਉੱਪਰ ਲਾ ਲਈਆਂ ਵੀ ਅੰਦਰ ਕਿਹੜੀ ਹਰਕਤ ਹੋ ਰਹੀ ਹੈ। ਸਾਰੀ ਸੰਗਤ ਜਿੰਨੀ ਪੰਡਾਲ ਵਿੱਚ ਬੈਠੀ ਹੈ ਗੁਰਮੁਖੋ ਸਾਵਧਾਨ ਹੋ ਗਈ ਹੈ। ਗੁਰਦਿਸ਼ ਪਿੱਖਾਂ ਸਵਨ ਡਰਮਾਨਾ। ਤੇ ਕਹਿਣ ਲੱਗੇ ਜਦੋਂ ਮਹਾਰਾਜ ਨੇ ਗੁਰਮੁਖੋ ਇਹ ਕੌਤਕ ਕੀਤਾ ਨਾ, ਤੇ ਜਿਹੜਾ ਮਾੜਾ ਮੋਟਾ ਭੁਲੇਖਾ ਰਹਿੰਦਾ ਸੀ ਨਾ ਵੀ ਮਹਾਰਾਜ ਚਲੋ ਕੋਈ ਨਹੀਂ ਸੀਸ ਮੰਗਦੇ ਹੀ ਪਏ ਨੇ, ਕੀ ਪਤਾ ਲੈਣਗੇ ਕਿ ਨਹੀਂ ਲੈਣਗੇ, ਉਹ ਜਿਹੜੀ ਥੋੜ੍ਹੀ ਬਹੁਤੀ ਸ਼ੱਕ ਦੀ ਗੁੰਜਾਇਸ਼ ਸੀ ਨਾ ਸਾਰੀ ਖਤਮ ਹੋ ਗਈ। ਸਾਰਿਆਂ ਨੇ ਡਰ ਮੰਨਿਆ ਵੀ ਨਹੀਂ, ਇਹ ਤੇ ਜੋ ਮਹਾਰਾਜ ਨੇ ਕਿਹਾ ਉਹ ਤੇ ਕਰਕੇ ਵਿਖਾ ਦਿੱਤਾ। ਸਿਰ ਮੰਗਿਆ ਤੇ ਸਿਰ ਲੈ ਲਿਆ। ਇਹ ਵੇਖ ਕੇ ਸਾਰੀ ਸੰਗਤ ਦੇ ਮਨ ਵਿੱਚ ਭਾਰੀ ਡਰ ਹੈ। ਸ਼ਬਦ ਸੁਣਿਓ ਸਿਰ ਕਾਟਨ ਕੇਰਾ। ਕਿਉਂਕਿ ਜਦੋਂ ਤਲਵਾਰ ਚੱਲੀ ਹੈ ਨਾ ਤੇ ਸਿਰ ਦੇ ਨਾਲ ਵੱਜੀ, ਧੌਣ ਦੇ ਨਾਲ ਵੱਜੀ, ਤੇ ਉਹ ਬਾਹਰ ਖੜਾਕ ਸੁਣਿਆ, ਬਾਹਰ ਤੱਕ ਤਲਵਾਰ ਦੇ ਚੱਲਣ ਦਾ, ਗਰਦਨ ਦੇ ਵੱਢਣ ਦਾ, ਬੰਦੇ ਦੇ ਤੜਫਣ ਦਾ ਤੇ ਖੂਨ ਦੇ ਡੁੱਲਣ ਦਾ। ਬਾਹਰ ਤੱਕ ਆਵਾਜ਼ ਆਉਂਦਾ, ਬਾਹਰ ਤੱਕ ਵੇਖਿਆ ਜਾਂਦਾ ਵੀ ਕੀ ਹੁੰਦਾ ਪਿਆ। ਕੰਨਾਂ ਵਿੱਚ ਸੁਣਦੇ ਵੀ ਪਏ ਨੇ, ਅੱਖਾਂ ਨਾਲ ਵੇਖਦੇ ਵੀ ਪਏ ਹਨ। ਤੰਬੂ ਵਹਿਰ ਰਕਤ ਕੋ ਹੇਰਾ। ਸੰਗਤ ਵੇਖਦੀ ਪਈ ਹੈ ਜਿਹੜਾ ਤੰਬੂ ਮਹਾਰਾਜ ਨੇ ਲਗਵਾਇਆ, ਜਿਹਦੇ ਵਿੱਚ ਭਾਈ ਦਇਆ ਰਾਮ ਨੂੰ ਲੈ ਕੇ ਗਏ ਨੇ। ਭਾਈ ਦਇਆ ਰਾਮ ਦਾ ਸੀਸ ਲੈਣ ਤੋਂ ਉਪਰੰਤ ਉਸ ਤੰਬੂ ਦੇ ਵਿੱਚੋਂ ਖੂਨ ਦੀਆਂ ਧਾਰਾਂ ਬਾਹਰ ਨੂੰ ਵਗਦੀਆਂ ਹੋਈਆਂ, ਡੁੱਲਦਾ ਹੋਇਆ ਖੂਨ, ਵਹਿੰਦਾ ਹੋਇਆ ਖੂਨ ਸੰਗਤ ਵੇਖਦੀ ਪਈ ਹੈ। ਦੋਨੋਂ ਪਤੇ ਪਰਖ ਕਰ ਜਾਣਾ। ਗੁਰਮੁਖੋ ਦੋਨੇ ਪਤੇ ਨੇ। ਪਹਿਲਾ ਪਤਾ ਹੈ ਕੰਨਾਂ ਦੀ ਆਵਾਜ਼। ਕੰਨਾਂ ਦੀ ਆਵਾਜ਼ ਦੇ ਵਿੱਚ ਤਲਵਾਰ ਚੱਲਣ ਦੀ ਆਵਾਜ਼ ਆਈ ਹੈ।
ਸਿਰ ਵੱਢਣ ਦੀ ਆਵਾਜ਼ ਆਈ ਹੈ ਤੇ ਸਰੀਰ ਤੜਫਣ ਦੀ ਜਿਹੜੀ ਹਰਕਤ ਹੈ ਨਾ ਉਹ ਵੀ ਆਵਾਜ਼ ਸੁਣਾਈ ਦਿੰਦੀ ਹੈ। ਕੰਨਾਂ ਨੇ ਵੀ ਆਖਿਆ ਵੀ ਬਿਲਕੁਲ ਬੰਦਾ ਮਾਰਿਆ ਗਿਆ। ਤੇ ਦੂਜਾ ਅੱਖਾਂ ਨੇ ਵੀ ਆਖਿਆ ਤੰਬੂ ਦੇ ਵਿੱਚ ਉਹ ਸਾਰੀ ਹਰਕਤ ਹੋਈ ਹੈ, ਤਲਵਾਰ ਦੇ ਚੱਲਣ ਦੀ, ਮਨੁੱਖ ਦੇ ਮਰਨ ਦੀ, ਖੂਨ ਦੇ ਡੁੱਲਣ ਦੀ ਤੇ ਖੂਨ ਬਾਹਰ ਆਉਣ ਦੀ। ਅੱਖਾਂ ਨੇ ਵੀ ਆਖਿਆ ਵੀ ਨਹੀਂ, ਜੋ ਮਹਾਰਾਜ ਨੇ ਆਖਿਆ ਹੋ ਗਿਆ ਅੰਦਰ। ਇਹ ਦੋ ਪਤੇ ਸਨ ਜਿਹੜੇ ਸੰਗਤ ਨੂੰ ਮਿਲ ਗਏ। ਕਹਿ ਲਈਏ ਵੀ ਦੋ ਭੇਦ ਮਿਲ ਗਿਆ ਵੀ ਵਾਕਿਆ ਹੀ ਮਹਾਰਾਜ ਨੇ ਸਿੱਖ ਨੂੰ ਕਤਲ ਕਰ ਦਿੱਤਾ ਹੈ। ਸੰਘਾਰਿਓ ਸਿੱਖ ਆਚਰਜ ਠਾਨਾ। ਤੇ ਸੰਗਤ ਹੈਰਾਨ ਹੋ ਗਈ ਵੀ ਇਹ ਮਹਾਰਾਜ ਨੇ ਕੀ ਕੀਤਾ ਹੈ। ਗੁਰੂ ਤੇ 9 ਪਹਿਲਾਂ ਵੀ ਹੋਏ ਨੇ, ਪਰ ਉਹਨਾਂ 9 ਗੁਰੂਆਂ ਨੇ ਕਦੇ ਸਿੱਖ ਤੇ ਨਹੀਂ ਮਾਰਿਆ, ਸਗੋਂ ਸਿੱਖ ਦੀ ਜਾਨ ਬਚਾਈ ਹੈ। ਕੌਡੇ ਰਾਖਸ਼ ਕੋਲੋਂ ਭਾਈ ਮਰਦਾਨੇ ਨੂੰ ਬਚਾਇਆ। ਡੁੱਬਦੇ ਹੋਏ ਜਹਾਜ਼ ਮੱਖਣ ਸ਼ਾਹ ਦੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਾਇਆ। ਤੇ ਭੱਠੀ ਵਿੱਚ ਬੈਠੇ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਾਇਆ। ਪਹਿਲੇ ਗੁਰੂ ਸਾਹਿਬਾਨ ਤੇ ਆਪਣੇ ਸਿੱਖਾਂ ਨੂੰ ਬਚਾਉਂਦੇ ਸਨ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ। ਸਰਨਾਈ ਗੁਰੂ ਬਚਾਉਂਦਾ ਸੀ ਆਪਣੇ ਸਿੱਖਾਂ ਨੂੰ ਹੱਥ ਦੇ ਕੇ। ਇਹ ਗੁਰੂ ਉਹਨਾਂ ਦੀ ਗੁਰਤਾ ਗੱਦੀ ਤੇ ਬੈਠਾ ਤੇ ਕੈਸਾ ਕੌਤਕ ਕਰਦਾ ਪਿਆ ਵੀ ਆਪਣੇ ਸਿੱਖਾਂ ਨੂੰ ਆਪ ਹੀ ਮਾਰਨ ਲੱਗ ਪਿਆ। ਬੜੀ ਹੈਰਾਨੀ ਮਨ ਦੇ ਵਿੱਚ ਆਈ ਹੈ। ਬਦਨ ਪੀਤ ਸਭ ਧੀਰਜ ਹਾਲੇ। ਗੁਰਮੁਖੋ ਜਿੰਨੇ ਬਾਹਰ ਬੈਠੇ ਸਨ ਨਾ ਪੰਡਾਲ ਵਿੱਚ ਆਪਣੇ ਵਰਗੇ, ਸਾਰਿਆਂ ਦੇ ਮੂੰਹ ਦੇ ਰੰਗ ਪੀਲੇ ਪੈ ਗਏ, ਰੰਗ ਉੱਡ ਗਏ, ਹੋਸ਼ ਹੀ ਉੱਡ ਗਿਆ ਵੀ ਇਹ ਕੀ ਹੋ ਗਿਆ, ਅਸੀਂ ਕਿੱਥੇ ਆ ਗਏ। ਅਸੀਂ ਤੇ ਸੋਚਿਆ ਸੀ ਵੀ ਮਹਾਰਾਜ ਮੇਲਾ ਮਨਾਉਣਗੇ, ਸੋਚਿਆ ਸੀ ਵੀ ਉੱਥੇ ਲੰਗਰ ਪ੍ਰਸ਼ਾਦੇ ਚੱਲਣਗੇ, ਸੋਚਿਆ ਸੀ ਵੀ ਉੱਥੇ ਰੌਣਕ ਮੇਲਾ ਕਰਾਂਗੇ, ਜੋੜ ਮੇਲਾ ਵੇਖਾਂਗੇ, ਦੁਕਾਨਾਂ ਤੋਂ ਖਰੀਦੋ ਫਰੋਖਤ ਕਰਾਂਗੇ, ਘੁੰਮਾ ਫਿਰਾਂਗੇ ਤੇ ਆ ਜਾਵਾਂਗੇ ਗੁਰੂ ਦਾ ਦੀਦਾਰਾ ਕਰਕੇ। ਪਰ ਇਹ ਥੋੜ੍ਹੀ ਪਤਾ ਸੀ ਵੀ ਮਹਾਰਾਜ ਸਾਰਿਆਂ ਨੂੰ ਇਕੱਠੇ ਕਰਕੇ ਤੇ ਸਿਰ ਹੀ ਮੰਗ ਲੈਣਗੇ। ਤੇ ਇਕੱਲਾ ਮੰਗਣਗੇ ਹੀ ਨਹੀਂ, ਸਗੋਂ ਮਹਾਰਾਜ ਸਿਰ ਲੈ ਵੀ ਲੈਣਗੇ। ਇਹ ਵੇਖ ਕੇ ਸਾਰਿਆਂ ਦੇ ਚਿਹਰੇ ਮੁਰਝਾ ਗਏ, ਰੰਗ ਪੀਲੇ ਪੈ ਗਏ, ਹੋਸ਼ ਉੱਡ ਗਏ, ਧੀਰਜ ਨਾਸ ਹੋ ਗਈ ਹੈ ਵੀ ਇਹ ਮਹਾਰਾਜ ਨੇ ਕੀ ਕਰ ਦਿੱਤਾ ਹੈ। ਕੌਣ ਗੁਰੂ ਕੇ ਚਲਤ ਸੰਭਾਲੇ। ਪਰ ਗੁਰਮੁਖੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਦੇ ਕੌਤਕਾਂ ਨੂੰ ਜਾਣ ਕੋਈ ਨਹੀਂ ਸਕਦਾ। ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋ। ਮੰਤਰ ਤੋਂ ਭਾਵ ਹੈ ਗੁਰਮੁਖੋ ਸਲਾਹ। ਪਰਮਾਤਮਾ ਦੀ ਕੀ ਸਲਾਹ ਹੈ, ਉਹਨੇ ਹੁਣ ਕੀ ਕੀਤਾ ਤੇ ਅੱਗੇ ਕੀ ਕਰਨਾ, ਕੋਈ ਨਹੀਂ ਜਾਣਦਾ। ਜਿੰਨੇ ਮਰਜ਼ੀ ਟੇਵੇ ਲਾਉਣ ਵਾਲੇ ਜੋਤਸ਼ੀ ਬਹਿ ਜਾਣ, ਗ੍ਰੰਥ ਲੈ ਕੇ ਵੀ ਅਸੀਂ ਜੋਤਿਸ਼ ਵਿਦਿਆ ਦਾ ਟੇਵਾ ਲਾ ਦਿਆਂਗੇ, ਦੱਸ ਦਿਆਂਗੇ, ਨਹੀਂ ਜਾਣਦਾ ਕੋਈ ਵੀ ਕੀ ਹੋ ਜਾਣਾ, ਕਦੋਂ ਕੀ ਹੋ ਜਾਣਾ। ਸਿਰਫ ਜਾਣਦਾ ਤੇ ਪਰਮੇਸ਼ਰ ਜਾਣਦਾ, ਜਾਂ ਜਾਣਦਾ ਤੇ ਫਿਰ ਗੁਰੂ ਜਾਣਦਾ। ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਪਰਮਾਤਮਾ ਦੀ ਕੀ ਮਰਿਆਦਾ ਹੈ, ਉਹਨੇ ਕੀ ਕਰਨਾ ਪਰਮਾਤਮਾ ਜਾਣਦਾ। ਤੇ ਜੇ ਉਹਦੇ ਤੋਂ ਬਾਅਦ ਵਿੱਚ ਕੋਈ ਜਾਣਦਾ ਤੇ ਫਿਰ ਪੂਰਾ ਗੁਰੂ ਜਾਣਦਾ। ਇਹਨਾਂ ਦੋਵਾਂ ਬਿਨਾਂ ਕੁਝ ਨਹੀਂ ਕਿਸੇ ਨੂੰ ਪਤਾ ਵੀ ਉਹਨੇ ਕੀ ਕਰ ਦੇਣਾ। ਕੌਣ ਗੁਰੂ ਕੇ ਚਲਤ ਸੰਭਾਲੇ। ਗੁਰੂ ਦੇ ਕੌਤਕਾਂ ਨੂੰ ਕੌਣ ਦੱਸ ਸਕਦਾ ਵੀ ਗੁਰੂ ਨੇ ਕੀ ਕਰਨਾ ਤੇ ਕੀ ਕਰਾਉਣਾ। ਟੇਵੇ ਜਿੰਨੇ ਮਰਜ਼ੀ ਕੋਈ ਲਾਈ ਜਾਵੇ, ਦਲੀਲਾਂ ਜਿੰਨੀਆਂ ਮਰਜ਼ੀ ਕੋਈ ਦੇਈ ਜਾਵੇ, ਪਰ ਗੁਰੂ ਦੇ ਕੌਤਕਾਂ ਨੂੰ ਜਾਣ ਕੋਈ ਨਹੀਂ ਸਕਦਾ ਵੀ ਮਹਾਰਾਜ ਕੀ ਕਰ ਸਕਦੇ ਹਨ। ਹਰ ਹਰ ਕੰਪੇ ਹੈ ਰਹਿ ਉਰਮੈ। ਗੁਰਮੁਖੋ ਸਾਰਿਆਂ ਦੇ ਹਿਰਦੇ ਦਿਲ ਧੜਕਣ ਲੱਗ ਪਏ, ਦਿਲ ਦੀ ਟਕ ਟਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਐਸੇ ਦਿਲ ਡਰੇ ਵੀ ਕਿਤੇ ਮੇਰੀ ਵਾਰੀ ਨਾ ਆ ਜਾਵੇ। ਅਜੇ ਤੇ ਮੰਗਿਆ ਹੀ ਹੈ ਵੀ ਆ ਕੇ ਸੀਸ ਦਿਓ। ਮਹਾਰਾਜ ਦਾ ਕੀ ਪਤਾ ਨੰਗੀ ਤਲਵਾਰ ਲੈ ਕੇ ਸੰਗਤ ਵਿੱਚ ਹੀ ਆ ਜਾਣ ਤੇ ਫੜ ਕੇ ਆਪ ਹੀ ਮਾਰਨ ਲੱਗ ਪੈਣ। ਦਿਲਾਂ ਦੀਆਂ ਧੜਕਣਾਂ ਤੇਜ਼ ਹੋਈਆਂ, ਦਿਲ ਧੜਕਣ ਦੀ ਆਵਾਜ਼ ਦੂਜੇ ਤੱਕ ਸੁਣਾਈ ਦਿੰਦੀ ਹੈ। ਐਸੇ ਡਰਾਏ ਨੇ, ਐਸੇ ਘਬਰਾਏ ਨੇ। ਬਚਨ ਆ ਗਿਆ, ਕਹਿਣ ਲੱਗੇ ਥਰ ਹਰ ਕੰਪੈ। ਥਰ ਥਰ ਕਰਕੇ ਕੰਬਦੇ ਪਏ, ਹੱਥ ਵੀ ਕੰਬਣ ਲੱਗ ਪਏ, ਲੱਤਾਂ ਵੀ ਕੰਬਣ ਲੱਗ ਪਈਆਂ, ਸਰੀਰ ਕੰਬਦੇ ਹੋਏ ਦਿਖਾਈ ਦਿੰਦੇ। ਇੰਨਾ ਡਰ, ਇੰਨਾ ਭੈ ਸੰਗਤ ਵਿੱਚ ਪੈਦਾ ਹੋ ਗਿਆ। ਤੇ ਹੈ ਰਹਿ ਉਰਮੈ, ਹਿਰਦੇ ਵੀ ਧੜਕਣ, ਦਿਲ ਵੀ ਧੜਕਣ ਲੱਗ ਪਿਆ, ਸਰੀਰ ਵੀ ਕੰਬਦਾ ਪਿਆ, ਦਿਲ ਵੀ ਕੰਬਦਾ ਪਿਆ। ਹਾਏ ਹਾਏ ਇਹ ਕੀ ਕੀਤਾ। ਲੋੜਾ ਆ ਗਿਆ, ਮਹਾਰਾਜ ਨੇ ਤੇ ਬੰਦਾ ਹੀ ਮਾਰ ਦਿੱਤਾ, ਸਾਰਿਆਂ ਦੇ ਸਾਹਮਣੇ ਮਾਰਿਆ। ਸਾਰਿਆਂ ਦੇ ਹਿਰਦੇ ਕੰਬ ਗਏ, ਸਾਰਿਆਂ ਦੇ ਦਿਲ ਕੰਬ ਗਏ, ਸਰੀਰ ਵੀ ਕੰਬਦੇ ਹੋਏ ਉਸ ਵੇਲੇ ਵੇਖੇ ਜਾਂਦੇ ਹਨ। ਅਨੇਕ ਕਲਪਨਾ ਕਲਪਤ ਗੁਰਮੈ। ਗੁਰਮੁਖੋ
ਫਿਰ ਕਲਪਨਾ ਕਰਨ ਲੱਗ ਪਿਆ। ਕਲਪਨਾ ਕਹਿੰਦੇ ਵੀ ਸੋਚਣ ਲੱਗ ਪਏ ਮਹਾਰਾਜ ਨੂੰ ਕੀ ਹੋ ਗਿਆ। ਕੋਈ ਆਖਦਾ ਮਹਾਰਾਜ ਵਿੱਚ ਭੂਤ ਆ ਗਿਆ, ਕੋਈ ਆਖਦਾ ਦੇਵੀ ਚੜ੍ਹ ਗਈ ਹੈ, ਕੋਈ ਆਖਦਾ ਵੀ ਮਹਾਰਾਜ ਦਿਮਾਗ ਕਰਕੇ ਠੀਕ ਨਹੀਂ। ਆਪੋ ਆਪਣੀਆਂ ਕਲਪਨਾਵਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬੈਠ ਗਏ ਨਾ, ਜਾ ਕੇ ਸੁਲਤਾਨਪੁਰ ਦੇ ਸਿਵਿਆਂ ਦੇ ਵਿੱਚ ਬੈਠ ਗਏ। ਸਿਵਿਆਂ ਵਿੱਚ ਤਾਂ ਬੈਠੇ ਸਨ ਵੀ ਲੋਕਾਂ ਦੇ ਵਿੱਚ ਆਮ ਤੌਰ 'ਤੇ ਡਰ ਹੁੰਦਾ, ਸਿਵਿਆਂ ਵੱਲ ਕੋਈ ਮੂੰਹ ਨਹੀਂ ਕਰਦਾ। ਲੋਕਾਂ ਦੇ ਮਨ ਵਿੱਚ ਡਰ ਹੈ ਵੀ ਇਹ ਜਗ੍ਹਾ ਬੜੀ ਮਾੜੀ ਹੈ, ਇੱਥੇ ਮੁਰਦਾ ਫੂਕਿਆ ਜਾਂਦਾ, ਭੂਤ ਇੱਥੇ ਵੱਸਦੇ ਨੇ। ਅਤੇ ਸਿਵਿਆਂ ਦੇ ਵੱਲ ਕੋਈ ਮੂੰਹ ਨਹੀਂ ਕਰਦਾ, ਸਿਵਿਆਂ ਨੂੰ ਕੋਈ ਜਾਂਦਾ ਨਹੀਂ। ਉੱਥੇ ਬੜੀ ਇਕਾਂਤ ਹੁੰਦੀ ਹੈ, ਨਾ ਕੋਈ ਰੌਲਾ, ਨਾ ਕੋਈ ਸ਼ੋਰ ਸ਼ਰਾਬਾ, ਨਾ ਕੋਈ ਬੁਲਾਵੇ। ਅਤੇ ਮਹਾਰਾਜ ਤੇ ਤਾਂ ਚਲੇ ਜਾਂਦੇ ਸਿਵਿਆਂ ਦੇ ਵਿੱਚ ਵੀ ਇੱਥੇ ਸਾਨੂੰ ਕੋਈ ਬੁਲਾਵੇਗਾ ਨਹੀਂ ਅਤੇ ਅਸੀਂ ਚੌਂਕੜਾ ਮਾਰ ਕੇ ਆਪਣਾ ਭਜਨ ਕਰ ਸਕਦੇ ਹਾਂ। ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਕਾਂਤ ਚਾਹੀਦੀ ਹੈ, ਸ਼ੋਰ ਸ਼ਰਾਬਾ ਨਹੀਂ ਚਾਹੀਦਾ, ਕੋਈ ਡਿਸਟਰਬ ਕਰੇ ਇਹ ਨਹੀਂ ਚੰਗਾ ਲੱਗਦਾ ਬੰਦਗੀ ਕਰਨ ਵਾਲੇ। ਅਤੇ ਮਹਾਰਾਜ ਤਾਂ ਚਲੇ ਜਾਂਦੇ ਵੀ ਚਲੋ ਸਿਵਿਆਂ ਦੇ ਵਿੱਚ ਕਿਤੇ ਬੈਠ ਕੇ ਅਤੇ ਮਹਾਰਾਜ ਨੇ ਬੰਦਗੀ ਕਰਨੀ। ਉਸ ਵੇਲੇ ਨਾ ਰੌਲਾ ਪੈ ਗਿਆ ਸੁਲਤਾਨਪੁਰ ਦੇ ਵਿੱਚ। ਇੱਕ ਤਾਂਤਰਿਕ ਲਿਆਂਦਾ ਗਿਆ, ਮੰਤਰ ਪੜ੍ਹਨ ਵਾਲਾ। ਉਹਨੇ ਆਖਿਆ ਵੀ ਜਿਹੜਾ ਵੀ ਭੂਤ ਪ੍ਰੇਤ ਚਿੰਬੜਿਆ ਹੋਵੇਗਾ, ਜਿਹੜੀ ਵੀ ਛਾਇਆ ਚਿੰਬੜੀ ਹੋਵੇਗੀ, ਮੈਂ ਦੂਰ ਕਰ ਦਿਆਂਗਾ, ਮੈਂ ਭੂਤ ਕੱਢ ਦਿਆਂਗਾ। ਅੱਜ ਵੀ ਕਈਆਂ ਵਿੱਚ ਭੂਤ ਆਉਂਦੇ ਅਤੇ ਕਈ ਕੱਢਣ ਵਾਲੇ ਵੀ ਬੈਠੇ ਹੋਏ। ਸਭ ਪਖੰਡ ਦਾ ਹੀ ਬੋਲਬਾਲਾ, ਸਭ ਪਖੰਡ ਹੈ। ਪਰਮਾਤਮਾ ਦੀ ਇੱਕ ਮਰਿਆਦਾ ਹੈ, ਪਰਮਾਤਮਾ ਦਾ ਇੱਕ ਨਿਯਮ ਹੈ। ਰੋਹ ਵਿਚਾਰ ਸਾਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਨਹੀਂ ਹੈ। ਉਹ ਤਾਂਤਰਿਕ ਆਇਆ, ਮਹਾਰਾਜ ਚੌਂਕੜਾ ਲਾ ਕੇ ਬੈਠੇ ਸਨ, ਸਿਮਰਨ ਕਰਦੇ ਪਏ, ਨੇਤਰ ਬੰਦ ਕੀਤੇ, ਸਮਾਧੀ ਵਿੱਚ ਬੈਠੇ। ਤਾਂਤਰਿਕ ਨੇ ਆ ਕੇ ਮੰਤਰ ਪੜ੍ਹੇ। ਮੰਤਰ ਪੜ੍ਹ ਕੇ ਅਤੇ ਉਹਨੇ ਕੱਪੜੇ ਨੂੰ ਅੱਗ ਲਾ ਕੇ, ਜਦੋਂ ਕੱਪੜੇ ਦੀ ਅੱਗ ਬਲੀ ਨਾ, ਅੱਗ ਬੁਝਾ ਦਿੱਤੀ ਅਤੇ ਧੂੰਆਂ ਨਿਕਲਿਆ, ਅਤੇ ਧੂੰਆਂ ਉਹਨੇ ਨੱਕ ਦੇ ਨੇੜੇ ਕੀਤਾ। ਮਹਾਰਾਜ ਜਿੱਥੇ ਬੈਠੇ, ਜਦੋਂ ਧੂੰਆਂ ਨੱਕ ਦੇ ਨੇੜੇ ਕੀਤਾ ਅਤੇ ਮਹਾਰਾਜ ਨੇ ਸਾਹ ਲਿਆ ਅਤੇ ਧੂੰਆਂ ਚੜ੍ਹ ਗਿਆ ਦਿਮਾਗ ਨੂੰ। ਸਮਾਧੀ ਖੁੱਲ੍ਹੀ ਹੈ ਅਤੇ ਮਹਾਰਾਜ ਨੂੰ ਖਾਂਸੀ ਆਉਣ ਲੱਗ ਪਈ, ਖੰਘਣ ਲੱਗ ਪਿਆ ਜਦੋਂ ਧੂੰਆਂ ਚੜ੍ਹਿਆ। ਅਤੇ ਲੋਕੀ ਕੰਧਾਂ 'ਤੇ ਚੜ੍ਹੇ ਹੋਏ ਸਿਵਿਆਂ ਦੀਆਂ, ਅਤੇ ਇੱਧਰ ਉੱਧਰ ਸੱਜੇ ਖੱਬੇ ਸਾਰਾ ਸ਼ਹਿਰ ਆ ਕੇ ਖਲੋਤਾ ਵੀ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਗੁਰਮੁਖੋ ਗੁਰੂ ਸ਼ਬਦ ਤੇ ਆਪਾਂ ਹੀ ਵਰਤਦੇ ਹਾਂ, ਉਹ ਤੇ ਮਹਾਰਾਜ ਦਾ ਨਾਂ ਹੀ ਲੈਂਦੇ ਹੋਣਗੇ ਵੀ ਅੱਜ ਇਹਨਾਂ ਦਾ ਭੂਤ ਨਿਕਲਣਾ ਹੈ। ਅਤੇ ਗੁਰਮੁਖੋ ਜਦੋਂ ਧੂੰਆਂ ਚੜ੍ਹਿਆ ਅਤੇ ਮਹਾਰਾਜ ਖੰਘੇ ਨਾ, ਕੋਈ ਆਖਦਾ ਵੇਖਿਆ ਇਹ ਭੂਤ ਬੋਲਿਆ ਹੀ ਹੁਣ, ਕੋਈ ਆਖਦਾ ਵੇਖਿਆ ਇਹ ਭੂਤ ਤੜਫਦਾ ਪਿਆ, ਮੰਤਰਾਂ ਦਾ ਅਸਰ ਇਹਦੇ 'ਤੇ ਹੋਇਆ। ਮਹਾਰਾਜ ਨੇ ਉਹ ਬਚਨ ਵੀ ਲਿਖੇ, ਕੋਈ ਆਖੇ ਭੂਤਨਾ, ਕੋਈ ਕਹੈ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਨਾਨਕ ਵਿਚਾਰਾ। ਕੋਈ ਆਖਦਾ ਵੇਖਿਆ ਭੂਤ ਬੋਲਿਆ ਹੀ ਹੁਣ, ਇਹ ਧੂਏ ਨੇ ਨਹੀਂ, ਇਹ ਮੰਤਰ ਚੜ੍ਹਿਆ ਅਤੇ ਮੰਤਰ ਦੇ ਜ਼ੋਰ ਦੇ ਨਾਲ ਭੂਤ ਬੋਲਿਆ। ਕੋਈ ਆਖੇ ਬੇਤਾਲਾ, ਜਿਹਦਾ ਰੰਗ ਢੰਗ ਕੋਈ ਨਾ ਹੋਵੇ, ਮਰਿਆਦਾ ਕੋਈ ਨਾ ਹੋਵੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਿੱਧਰਾ। ਕੋਈ ਆਖਦਾ ਵੀ ਨਹੀਂ ਯਾਰ ਇਹ ਤਾਂ ਸਿੱਧਾ ਬੰਦਾ, ਸਿੱਧਰਾ ਇਹਨੂੰ ਬੜੀ ਦੁਨੀਆਦਾਰੀ ਦੀ ਪਤਾ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ। ਕੋਈ ਆਖਦਾ ਨਹੀਂ ਯਾਰ ਜੋ ਮਰਜ਼ੀ ਹੋਵੇ ਹੈ ਤੇ ਬੰਦਾ ਹੀ ਨਾ। ਉਹ ਜਿਹੜੇ ਕੰਧਾਂ 'ਤੇ ਚੜ੍ਹੇ ਹੋਏ ਆਪੋ ਆਪਣਾ ਉਹ ਦੇ ਰਿਹਾ, ਸਪਸ਼ਟੀਕਰਨ ਦੇ ਰਿਹਾ। ਕੋਈ ਆਖੇ ਆਦਮੀ, ਕੋਈ ਆਖਦਾ ਨਹੀਂ ਯਾਰ ਬੰਦਾ ਹੀ ਹੈ, ਪਹਿਲਾਂ ਚੰਗੇ ਭਲੇ ਕੰਮ ਕਰਦਾ ਸੀ, ਪਰ ਕੀ ਪਤਾ ਅੱਜ ਕੀ ਹੋਇਆ, ਪਰ ਹੈ ਤੇ ਬੰਦਾ ਹੀ ਹੈ ਨਾ, ਭਾਵੇਂ ਜਿਵੇਂ ਦਾ ਵੀ ਹੈ। ਅਤੇ ਚੌਥੇ ਪੰਜਵੇਂ ਨੇ ਪਿੱਛੋਂ ਆਵਾਜ਼ ਦਿੱਤੀ, ਕਹਿਣ ਲੱਗਾ ਨਾਨਕ ਵਿਚਾਰਾ। ਇਹ ਤੇ ਵਿਚਾਰਾ ਉਹ ਨਾਨਕ ਹੈ ਜਿਹੜਾ ਹੱਟੀ 'ਤੇ ਬੈਠਦਾ ਸੀ, ਮੈਂ ਜਾਣਦਾ ਹਾਂ। ਲੋਕਾਂ ਨੇ ਇਹੋ ਜਿਹੇ ਆਪਣੇ ਪ੍ਰਤੀਕਰਨ ਦਿੱਤੇ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ ਸਾਹਿਬ ਕਾ, ਨਾਨਕ ਬੌਰਾਨਾ ਹੋਂ ਹਰ ਬਿਨ ਅਵਰ ਨ ਜਾਨਾ। ਮੈਂ ਤੇ ਬੌਰਾ ਹੋਇਆ ਪਰਮਾਤਮਾ ਦੀ ਸਿਫਤ ਵਿੱਚ, ਉਹਦੀ ਬੰਦਗੀ ਵਿੱਚ। ਮੈਂ ਤੇ ਉਹਦੇ ਬਿਨਾਂ ਕਿਸੇ ਨੂੰ ਨਹੀਂ ਜਾਣਦਾ ਵੀ ਉਹੀ ਹੈ, ਪਰ ਦੁਨੀਆ ਦੇ ਲੋਕ ਕੋਈ ਭੂਤਨਾ ਬਿਤਾਲਾ ਅਤੇ ਕੋਈ ਕੁਝ ਕਹਿੰਦਾ ਅਤੇ ਕੋਈ ਕੁਝ ਕਹਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸਾ ਕੌਤਕ ਕਰਦੇ, ਲੋਕੀ ਇਹੋ ਜਿਹੀਆਂ ਕਲਪਨਾ ਕਰਦੇ। ਇਹ ਤਾਂ ਗੁਰੂ ਨਾਨਕ ਸਾਹਿਬ ਦਾ ਆਪਾਂ ਉਦਾਹਰਨ ਲਈ ਹੈ। ਅੱਜ 10ਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਦਇਆ ਰਾਮ ਦਾ ਸੀਸ ਲਿਆ ਅਤੇ ਬਾਹਰ ਪੰਡਾਲ ਵਿੱਚ ਬੈਠੀ ਸੰਗਤ ਉਹ ਕਲਪਨਾ ਕਰਨ ਲੱਗ ਪਏ, ਕਹਿਣ ਲੱਗੇ ਵੀ ਮਹਾਰਾਜ ਤੇ ਸ਼ੁਦਾਈ ਹੋ ਗਏ। ਕੋਈ ਆਖਦਾ ਵੀ ਇਹਨਾਂ 'ਤੇ ਦੇਵੀ ਦਾ ਅਸਰ ਹੋ ਗਿਆ, ਕੋਈ ਆਖਦਾ ਪਿੱਛੇ ਇਹਨੇ ਹਵਨ ਕੀਤਾ ਸੀ, ਹਵਨ ਹੀ ਪੁੱਠਾ ਪੈ ਗਿਆ।
ਕੋਈ ਆਖਦਾ ਵੀ ਇਹ ਹੁਣ ਛੱਡੇਗਾ ਨਹੀਂ, ਇਹ ਤਲਵਾਰ ਲੈ ਕੇ ਹੁਣ ਸੰਗਤ ਵਿੱਚ ਆਏਗਾ, ਸਾਨੂੰ ਸਾਰਿਆਂ ਨੂੰ ਹੀ ਮਾਰ ਦੇਵੇਗਾ। ਆਪੋ ਆਪਣੀਆਂ ਕਲਪਨਾ, ਆਪੋ ਆਪਣੇ ਵਿਚਾਰ ਦਿੰਦੇ ਪਏ ਹਨ। ਦੋਹਰਾ ਦਇਆ ਸਿੰਘ ਕੋ ਧੀਰ ਦੇ ਤੰਬੂ ਵਿਖੇ ਬਿਠਾਏ। ਗੁਰਮੁਖੋ ਇਸ ਤਰ੍ਹਾਂ ਮਹਾਰਾਜ ਨੇ ਭਾਈ ਦਇਆ ਸਿੰਘ ਦਾ ਸੀਸ ਕਬੂਲ ਕੀਤਾ ਹੈ, ਮਨਜ਼ੂਰ ਕੀਤਾ ਹੈ, ਸੀਸ ਨੂੰ ਆਪਣੇ ਕੋਲ ਰੱਖਿਆ। ਭਾਈ ਦਇਆ ਰਾਮ ਨੇ ਆਪਣੇ ਸੀਸ ਨੂੰ ਭੇਟ ਕੀਤਾ। ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਚੀਜ਼ ਆਈ ਹੈ ਤੇ ਉਹ ਦਇਆ ਆਈ ਹੈ। ਜਦੋਂ ਆਖਿਆ ਨਾ ਤੇਰਾ ਨਾਮ ਕੀ ਹੈ, ਕਹਿਣ ਲੱਗਾ ਜੀ ਦਇਆ ਰਾਮ। ਮਹਾਰਾਜ ਕਹਿਣ ਲੱਗੇ ਵਾਹ ਵਾਹ ਵਾਹ, ਸਾਨੂੰ ਦਇਆ ਦੀ ਲੋੜ ਹੈ, ਕਿਉਂਕਿ ਦਇਆ ਦੇ ਆਸਰੇ ਧਰਮ ਖਲੋਤਾ। ਜਿੱਥੇ ਦਇਆ ਹੈ ਉੱਥੇ ਧਰਮ ਹੈ। ਜਿਹਦੇ ਕੋਲ ਦਇਆ ਨਹੀਂ ਨਾ, ਜਿਹੜਾ ਬੰਦਾ ਨਿਰਦਈ ਹੈ, ਉਹ ਧਰਮੀ ਵੀ ਨਹੀਂ ਹੈ। ਭਾਵੇਂ ਉਹ ਬਾਹਰੋਂ ਜਿੰਨਾ ਮਰਜ਼ੀ ਪਖੰਡ ਕਰ ਲਵੇ ਵੀ ਮੈਂ ਬੜਾ ਧਰਮੀ ਹਾਂ, ਮੈਂ ਬੜਾ ਨਿਤਨੇਮੀ ਹਾਂ, ਮੈਂ ਬੜਾ ਅੰਮ੍ਰਿਤ ਵੇਲੇ ਉੱਠਣ ਵਾਲਾ, ਮੈਂ ਮੰਦਰ ਮਸੀਤ ਜਾਣ ਵਾਲਾ, ਮੈਂ ਗੁਰਦੁਆਰੇ ਜਾਣ ਵਾਲਾ, ਬਾਹਰੋਂ ਜਿੰਨਾ ਮਰਜ਼ੀ ਦਿਖਾਵਾ ਕਰ, ਜੇ ਤੇਰੇ ਮਨ ਵਿੱਚ ਦਇਆ ਨਹੀਂ ਤੇ ਤੂੰ ਧਰਮੀ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਵਰਤੇ, ਧੌਲ ਧਰਮ ਦਇਆ ਕਾ ਪੂਤ। ਦਇਆ ਕਾ ਪੂਤ। ਇੱਕ ਵਾਰੀ ਨਾ ਸਿੱਧਾਂ ਦੇ ਨਾਲ ਚਰਚਾ ਹੋ ਗਈ ਮਹਾਰਾਜ ਦੀ, ਤੇ ਸਿੱਧਾਂ ਨੂੰ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਇਹ ਧਰਤੀ ਕਿਹਦੇ ਆਸਰੇ ਖਲੋਤੀ ਹੈ? ਤੇ ਜਿਵੇਂ ਸਾਨੂੰ ਨਿੱਕੇ ਹੁੰਦਿਆਂ ਦੱਸਿਆ ਜਾਂਦਾ ਸੀ ਨਾ, ਛੋਟੇ ਹੁੰਦਿਆਂ, ਵੀ ਧਰਤੀ ਇੱਕ ਬਲਦ ਨੇ ਸਿੰਘਾਂ ਤੇ ਚੁੱਕੀ ਹੈ, ਇਸੇ ਤਰ੍ਹਾਂ ਹੀ ਉਹਨਾਂ ਸਿੱਧਾਂ ਨੇ ਆਖਿਆ, ਕਹਿਣ ਲੱਗੇ ਮਹਾਰਾਜ ਧਰਤੀ ਨੂੰ ਬਲਦ ਨੇ ਸਿੰਘਾਂ ਤੇ ਚੁੱਕਿਆ। ਹੁਣ ਸਾਡੇ ਵਰਗਿਆਂ ਨੂੰ ਕੋਈ ਇਹ ਗੱਲ ਕਹੇ ਤਾਂ ਅਸੀਂ ਮੰਨ ਲੈਂਦੇ ਹਾਂ ਵੀ ਠੀਕ ਹੈ, ਸਿਰ ਤੇ ਚੁੱਕਿਆ, ਗੱਲ ਖਤਮ ਹੋ ਗਈ। ਪਰ ਗੁਰੂ ਨਾਨਕ ਦੇਵ ਨੇ ਨਹੀਂ ਮੰਨਿਆ। ਮਹਾਰਾਜ ਕਹਿਣ ਲੱਗੇ ਚਲੋ ਠੀਕ ਹੈ, ਬਲਦ ਨੇ ਧਰਤੀ ਚੁੱਕੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇੱਕ ਗੱਲ ਦਾ ਜਵਾਬ ਦਿਓ ਵੀ ਉਹ ਬਲਦ ਕਿਹਦੇ ਆਸਰੇ ਖਲੋਤਾ, ਬਲਦ ਨੂੰ ਕਿਹਨੇ ਚੁੱਕਿਆ? ਤੇ ਸਿੱਧਾ ਨੇ ਮੂੰਹ ਵਿੱਚ ਉਂਗਲਾਂ ਪਾਈਆਂ ਵੀ ਇਹੋ ਜਿਹਾ ਸਵਾਲ ਤੇ ਟੇਢਾ ਕਿਸੇ ਨੇ ਕੀਤਾ। ਅਸੀਂ ਆਖਦੇ ਹਾਂ ਵੀ ਧਰਤੀ ਬਲਦ ਨੇ ਚੁੱਕੀ ਹੈ, ਲੋਕੀ ਚੁੱਪ ਕਰ ਜਾਂਦੇ। ਇਹ ਪਹਿਲਾ ਵਿਅਕਤੀ ਹੈ ਜਿਹੜਾ ਕਹਿੰਦਾ ਵੀ ਬਲਦ ਕਿਹਦੇ ਆਸਰੇ ਖਲੋਤਾ। ਦੂਜਾ ਫਿਰ ਬਚਨ ਕੀਤਾ, ਕਹਿਣ ਲੱਗੇ ਜੀ ਉਹ ਬਲਦ ਦੇ ਥੱਲੇ ਇੱਕ ਹੋਰ ਧਰਤੀ ਹੈ। ਮਹਾਰਾਜ ਕਹਿਣ ਲੱਗੇ ਚਲੋ ਇਹ ਵੀ ਚੰਗੀ ਗੱਲ ਹੈ, ਪਰ ਉਹ ਜਿਹੜੀ ਧਰਤੀ ਬਲਦ ਦੇ ਥੱਲੇ ਹੈ ਉਹ ਕਿਹਦੇ ਆਸਰੇ ਖਲੋਤੀ ਹੈ? ਕਹਿਣ ਲੱਗੇ ਮਹਾਰਾਜ ਉਹਦੇ ਥੱਲੇ ਇੱਕ ਹੋਰ ਬਲਦ ਹੈ। ਸਤਿਗੁਰੂ ਕਹਿਣ ਲੱਗੇ ਵੀ ਇਹ ਤੇ ਗੱਲ ਮੁੱਕਣੀ ਨਹੀਂ, ਧਰਤੀ ਹੈ ਤੇ ਬਲਦ ਹੈ, ਬਲਦ ਹੈ ਤੇ ਧਰਤੀ ਹੈ, ਤੁਸੀਂ ਤੇ ਇਹ ਸਾਰੀ ਉਮਰ ਇਹੋ ਗੱਲ ਹੀ ਕਹਿੰਦੇ ਰਹੋਗੇ। ਸਾਨੂੰ ਇਹ ਦੱਸੋ ਵੀ ਜਿਹੜਾ ਸਭ ਤੋਂ ਥੱਲੇ ਬਲਦ ਹੈ ਨਾ, ਉਹਦੇ ਥੱਲੇ ਕੀ ਹੈ? ਮੰਨਣਾ ਪਿਆ। ਕਹਿਣ ਲੱਗੇ ਮਹਾਰਾਜ ਉਹ ਤੇ ਰੱਬ ਦੇ ਆਸਰੇ ਖਲੋਤਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੰਨ ਟੇਢਾ ਕਿਉਂ ਫੜਨਾ, ਲੱਤਾਂ ਦੇ ਵਿੱਚੋਂ ਦੀ ਲਿਆ ਕੇ ਹੱਥ ਤੇ ਫਿਰ ਕੰਨ ਫੜਨਾ, ਸਿੱਧਾ ਹੀ ਫੜ ਲਓ ਨਾ। ਪਹਿਲਾਂ ਹੀ ਕਹਿ ਦਿਓ ਵੀ ਧਰਤੀ ਜਿਹੜੀ ਹੈ ਉਹ ਪ੍ਰਮਾਤਮਾ ਦੇ ਆਸਰੇ ਖਲੋਤੀ ਹੈ। ਬਲਦ ਲੈ ਆਂਦਾ ਵਿੱਚ ਸਿੰਘ ਪਾ ਦਿੱਤੇ, ਵਿੱਚ ਕਈ ਕੁਝ ਕਹਿ ਦਿੱਤਾ। ਇਹ ਗੱਲ ਕਰਨ ਦੀ ਲੋੜ ਕੀ ਹੈ? ਸਤਿਗੁਰਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗਾ ਧੌਲ ਧਰਮ ਦਇਆ ਕਾ ਪੂਤ। ਜਿਹੜਾ ਬਲਦ ਤੁਸੀਂ ਕਹਿੰਦੇ ਹੋ ਨਾ ਜਿਹਦੇ ਆਸਰੇ ਧਰਤੀ ਖਲੋਤੀ ਆ, ਉਹ ਬਲਦ ਹੈ ਦਇਆ। ਧੌਲ ਧਰਮ, ਧਰਤੀ ਕਿਹਦੇ ਆਸਰੇ ਖਲੋਤੀ ਹੈ? ਗੁਰਮੁਖੋ ਧਰਮ ਦੇ ਆਸਰੇ। ਜਦੋਂ ਮਹਾਰਾਜ ਨੇ ਆਖਿਆ ਨਾ ਵੀ ਧਰਤੀ ਧਰਮ ਦੇ ਆਸਰੇ ਖਲੋਤੀ ਹੈ, ਹੁਣ ਸਿੱਧ ਵੀ ਵਿਦਵਾਨ ਸਨ। ਵਿਦਵਾਨਾਂ ਦੀ ਵਿਚਾਰ ਐਵੇਂ ਨਹੀਂ ਹੁੰਦੀ, ਨਿੱਕੀਆਂ ਮੋਟੀਆਂ ਗੱਲਾਂ ਨਾਲ ਛੇਤੀ ਨਹੀਂ ਹਾਰਦੇ। ਮਹਾਰਾਜ ਨੇ ਆਖਿਆ ਨਹੀਂ, ਧਰਮ ਨੂੰ ਬਲਦ ਨੇ ਕੋਈ ਨਹੀਂ ਜੇ ਚੁੱਕਿਆ, ਧਰਤੀ ਨੂੰ ਬਲਦ ਨੇ ਨਹੀਂ ਜੇ ਚੁੱਕਿਆ, ਧਰਤੀ ਧਰਮ ਦੇ ਆਸਰੇ ਖਲੋਤੀ ਹੈ। ਤੇ ਸਿੱਧਾ ਨੇ ਸਵਾਲ ਕੀਤਾ, ਮਹਾਰਾਜ ਫਿਰ ਧਰਮ ਨੂੰ ਜਨਮ ਕਿਹਨੇ ਦਿੱਤਾ? ਧਰਮ ਦੀ ਮਾਂ ਕੌਣ ਹੈ? ਧਰਮ ਪੈਦਾ ਕਿੱਥੋਂ ਹੋਇਆ ਜਿਹਨੇ ਧਰਤੀ ਨੂੰ ਖਿਲਾਰਿਆ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੂਜਾ ਜਵਾਬ ਦਿੱਤਾ, ਕਹਿਣ ਲੱਗੇ ਦਇਆ ਕਾ ਪੂਤ। ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ। ਦਇਆ ਮਾਂ ਹੈ, ਧਰਮ ਪੁੱਤਰ ਹੈ, ਤੇ ਧਰਮ ਦੇ ਆਸਰੇ ਧਰਤੀ ਖਲੋਤੀ ਹੈ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਧਰਮ ਤੇ ਨਿਰਭਰ ਹੈ ਇਹ ਧਰਤੀ ਖਲੋਤੀ ਹੋਈ। ਇਹ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਧਰਤੀ ਹੋਰ ਪਰੈ, ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਇਹ ਬਚਨ ਉਹਨਾਂ ਨੇ ਜਪਜੀ ਸਾਹਿਬ ਦੇ ਵਿੱਚ ਬਖਸ਼ੇ। ਦਇਆ ਧਰਮ ਦੀ ਮਾਂ ਹੈ, ਤੇ ਧਰਮ ਧਰਤੀ ਨੂੰ ਧੀਰਜ ਦੇਣ ਵਾਲਾ ਜਾਂ ਖੜਾ ਕਰਨ ਵਾਲਾ।
ਭਾਈ ਦਇਆ ਰਾਮ ਨੇ ਆਖਿਆ ਮਹਾਰਾਜ ਸੀਸ ਮੈਂ ਦੇਣ ਨੂੰ ਤਿਆਰ ਹਾਂ। ਪੁੱਛਿਆ ਦਇਆ ਰਾਮ ਨੂੰ ਮਹਾਰਾਜ ਨੇ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਨਾਮ ਹੈ ਦਇਆ ਰਾਮ। ਤੇ ਸਤਿਗੁਰੂ ਬੜੇ ਖੁਸ਼ ਹੋਏ, ਕਹਿਣ ਲੱਗੇ ਸਾਡੇ ਧਰਮ ਨੂੰ ਵੀ ਦਇਆ ਦੀ ਲੋੜ ਹੈ, ਦਇਆ ਦੇ ਨਾਲ ਧਰਮ ਚੱਲੇਗਾ। ਅੱਜ ਸਿੱਖ ਧਰਮ ਦੇ ਵਿੱਚ ਦਇਆ ਆਈ ਹੈ ਭਾਈ ਦਇਆ ਰਾਮ ਦੇ ਰੂਪ ਦੇ ਵਿੱਚ। ਤੇ ਸਤਿਗੁਰੂ ਖੁਸ਼ ਨੇ, ਦਇਆ ਦੀ ਸਾਨੂੰ ਲੋੜ ਹੈ। ਦਇਆ ਦੇ ਆਸਰੇ ਧਰਮ ਤੇ ਧਰਮ ਦੇ ਆਸਰੇ ਸੰਸਾਰ ਹੈ। ਇਹ ਬਖਸ਼ਿਸ਼ ਕੀਤੀ ਮਹਾਰਾਜ ਨੇ ਭਾਈ ਦਇਆ ਰਾਮ ਤੇ। ਹੁਣ ਅੱਗੇ ਮਹਾਰਾਜ ਫਿਰ ਕਿਵੇਂ ਸੀਸ ਮੰਗਣਗੇ ਤੇ ਸੰਗਤਾਂ ਫਿਰ ਮਹਾਰਾਜ ਦਾ ਵਿਰੋਧ ਕਿਵੇਂ ਕਰਨਗੀਆਂ? ਮਾਤਾ ਗੁਜਰੀ ਜੀਆਂ ਦੇ ਕੋਲ ਸ਼ਿਕਾਇਤ ਕਿਵੇਂ ਲੱਗੇਗੀ? ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।